ਹੈਲੋ ਸਟੂਡੈਂਟਸ, ਅੱਜ ਜਿਹੜਾ ਹੈ ਤੁਹਾਡੀ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਉਹ ਬਣਾ ਰਹੀ ਹਾਂ ਤਾਂ ਕਿ ਜਿਹੜਾ ਹੈ ਇਹਨੂੰ ਅੱਛੀ ਤਰ੍ਹਾਂ ਦੁਬਾਰਾ ਐਕਸਪਲੇਨ ਕੀਤਾ ਜਾ ਸਕੇ। ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਪਾਲੀ ਭੁਪਿੰਦਰ ਦੀ ਲਿਖੀ ਹੋਈ ਇਕਾਂਗੀ ਹੈ। ਫੁੱਲ ਇਹਦੇ ਵਿੱਚ ਬੱਚਿਆਂ ਨੂੰ ਕਿਹਾ ਗਿਆ ਹੈ ਕਿਉਂਕਿ ਜਿਹੜੇ ਬੱਚੇ ਆ ਉਹ ਬਿਲਕੁਲ ਫੁੱਲਾਂ ਵਾਂਗ ਹੀ ਨਾਜ਼ੁਕ ਹੁੰਦੇ ਆ, ਕੋਮਲ ਹੁੰਦੇ ਆ। ਔਰ ਕਿਤਾਬਾਂ ਵਿੱਚ ਨਾ ਰੱਖੋ ਭਾਵ ਕੀ ਹੈ ਕਿ ਕਿਤਾਬਾਂ ਦੇ ਬੋਝ ਹੇਠਾਂ ਨਾ ਦਬਾਓ। ਸੋ ਇਹਦੇ ਵਿੱਚ ਜਿਹੜਾ ਪਾਲੀ ਭੁਪਿੰਦਰ ਆ ਲੇਖਕ, ਉਹ ਕੀ ਕਹਿਣਾ ਚਾਹੁੰਦਾ ਆ ਕਿ ਜਿਹੜੇ ਫੁੱਲਾਂ ਵਰਗੇ ਨਾਜ਼ੁਕ ਤੇ ਕੋਮਲ ਬੱਚੇ ਆ ਉਹਨਾਂ ਨੂੰ ਕਿਤਾਬਾਂ ਦੇ ਬੋਝ ਹੇਠਾਂ ਨਾ ਦਬਾਓ, ਕਿਉਂਕਿ ਇਹ ਜਿਹੜੇ ਨਾ ਜ਼ਿਆਦਾ ਬੋਝ ਥੱਲੇ ਕੀ ਹੋਣਗੇ, ਕੋਮਲ ਫੁੱਲ ਮੁਰਝਾ ਜਾਣਗੇ। ਇਸ ਕਰਕੇ ਜਿਹੜਾ ਆ ਇਹਨਾਂ ਦੇ ਉੱਪਰ ਓਨਾ ਹੀ ਪੜ੍ਹਾਈ ਦਾ ਬੋਝ ਪਾਉਣਾ ਚਾਹੀਦਾ ਆ ਤਾਂ ਕਿ ਇਹ ਜਿਹੜਾ ਹੈ ਉਹ ਵਧਣ ਫੁੱਲਣ ਤੇ ਚੰਗੀ ਤਰ੍ਹਾਂ ਜਿਹੜੀ ਆ ਉਹ ਪੜ੍ਹਾਈ ਕਰ ਸਕਣ। ਪਾਤਰ ਕਿਹੜੇ ਕਿਹੜੇ ਆ ਇਹਦੇ 'ਚ? ਨਿੱਕੀ ਤੇ ਵਿੱਕੀ, ਦੋ ਬੱਚੇ ਆ। ਨਿੱਕੀ ਕੁੜੀ ਦਾ ਨਾਮ ਹੈ ਤੇ ਵਿੱਕੀ ਉਹਦੇ ਭਰਾ ਦਾ ਨਾਮ ਹੈ। ਮੰਮੀ ਪਾਪਾ ਕੌਣ ਹੈ? ਨਿੱਕੀ ਤੇ ਵਿੱਕੀ ਦੇ ਮੰਮੀ ਪਾਪਾ। ਅਧਿਆਪਿਕਾ, ਨੇਤਾ, ਪ੍ਰਿੰਸੀਪਲ, ਜੇਡੀ ਤੇ ਹੋਰ ਬਹੁਤ ਸਾਰੇ ਨਿੱਕੇ ਵੱਡੇ ਬੱਚੇ। ਜੇਡੀ ਜਿਹੜਾ ਹੈ ਉਹ ਇਸ ਇਕਾਂਗੀ ਦਾ ਕਮੇਡੀਅਨ ਆ, ਮਤਲਬ ਇਹਦੇ ਵਿੱਚ ਕਮੇਡੀ ਲਿਆਉਣ ਦੇ ਲਈ ਉਹਨੂੰ ਲਿਆਂਦਾ ਗਿਆ ਹੈ। ਸੋ ਦ੍ਰਿਸ਼ ਪਹਿਲੇ ਦੇ ਵਿੱਚ ਕੀ ਦਿਖਾਇਆ ਗਿਆ ਆ। ਹੁਣ ਇਹਦੇ ਵਿੱਚ ਜਿਹੜਾ ਹੈ ਨਾ ਇਕਾਂਗੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹਨਾਂ ਦੱਸ ਦੇਵਾਂ ਕਿ ਇਹ ਜਿਹੜੀ ਇਕਾਂਗੀ ਹੈ ਉਹ ਬੱਚਿਆਂ ਦੀ ਮਾਨਸਿਕਤਾ ਨੂੰ ਆਧਾਰ ਬਣਾ ਕੇ ਲਿਖੀ ਗਈ ਆ, ਜਿਹਦੇ ਵਿੱਚ ਲੇਖਕ ਇਹ ਦੱਸਣਾ ਚਾਹੁੰਦਾ ਆ ਕਿ ਅੱਜ ਕੱਲ੍ਹ ਬੱਚਿਆਂ ਦੇ ਉੱਪਰ ਜਿਹੜਾ ਹੈ ਪੜ੍ਹਾਈ ਦਾ ਬੇਸ਼ੁਮਾਰ ਬੋਝ ਆ ਔਰ ਇਹਦੇ ਲਈ ਜ਼ਿੰਮੇਵਾਰ ਸਾਡੀ ਜਿਹੜੀ ਹੈ ਨਾ ਉਹ ਵਿੱਦਿਅਕ ਢਾਂਚਾ ਜ਼ਿੰਮੇਵਾਰ ਆ, ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਸਿਲੇਬਸ ਇੰਨਾ ਜ਼ਿਆਦਾ ਵਧਾ ਚੁੱਕਾ ਆ ਕਿ ਹਰ ਬੱਚੇ ਦੇ ਲਈ ਉਹਨੂੰ ਪੂਰੀ ਤਰ੍ਹਾਂ ਕਰਨਾ ਬਹੁਤ ਹੀ ਔਖਾ ਆ, ਜਿਸ ਕਰਕੇ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝ ਆ। ਜਿਹੜੇ ਬੱਚੇ ਆ ਉਹ ਆਜ਼ਾਦੀ ਵਾਲਾ ਜੀਵਨ ਜਿਉਣਾ ਚਾਹੁੰਦੇ ਆ, ਪਰ ਉਹ ਵਿਚਾਰੇ ਜਿਹੜੇ ਆ ਉਹ ਲਗਾਤਾਰ ਪੜ੍ਹਾਈ ਦੇ ਬੋਝ ਥੱਲੇ ਦੱਬੇ ਜਾ ਰਹੇ ਆ। ਔਰ ਇਹਦੇ ਵਿੱਚ ਜਿਹੜਾ ਆ ਇਸ ਵਿੱਦਿਅਕ ਢਾਂਚੇ ਦੇ ਲਈ ਜਿਹੜਾ ਵੀ ਜ਼ਿੰਮੇਵਾਰ ਆ ਪਾਤਰ, ਜਿੱਦਾਂ ਅਧਿਆਪਕ ਹੋ ਗਿਆ, ਪ੍ਰਿੰਸੀਪਲ ਹੋ ਗਿਆ, ਸਾਰਿਆਂ ਦੀ ਜਿਹੜੀ ਆ ਉਹ ਸੁਣਵਾਈ ਹੋਈ ਹੈ ਔਰ ਹਰ ਬੰਦਾ ਜਿਹੜਾ ਆ ਉਹ ਆਪਣਾ ਪੱਲਾ ਝਾੜਦਾ ਆ ਔਰ ਇਹ ਕਹਿੰਦਾ ਆ ਕਿ ਉਹਦੇ ਉੱਪਰ ਜਿਹੜੀਆਂ ਆ ਹੋਰ ਵੀ ਜ਼ਿੰਮੇਵਾਰੀਆਂ ਨੇ ਤੇ ਨਾਲੇ ਬੱਚਿਆਂ ਦਾ ਕੰਮ ਜਿਹੜਾ ਹੈ ਉਹ ਪੜ੍ਹਨਾ ਹੀ ਆ। ਪਰ ਬੱਚੇ ਅਸਲ ਦੇ ਵਿੱਚ ਕੀ ਚਾਹੁੰਦੇ ਆ ਇਹਨੂੰ ਸਮਝਣ ਦੇ ਲਈ ਕੋਈ ਵੀ ਤਿਆਰ ਨਹੀਂ ਹੈ। ਸੋ ਇਹਦੇ ਵਿੱਚ ਜਿਹੜਾ ਹੈ ਇੱਕ ਨੀਲ ਪਰੀ ਦਾ ਪਾਤਰ ਵੀ ਲਿਆਇਆ ਗਿਆ ਹੈ। ਅਸਲ ਦੇ ਵਿੱਚ ਜਿਹੜੀ ਹੈ ਨੀਲ ਪਰੀ ਨਿੱਕੀ ਹੀ ਬਣਦੀ ਹੈ। ਜਿਹੜੀ ਨਿੱਕੀ ਹੈ ਉਹ ਆਪਣੀ ਸੁਪਨਿਆਂ ਦੀ ਦੁਨੀਆ ਦੇ ਵਿੱਚ ਨੀਲ ਪਰੀ ਬਣਦੀ ਹੈ, ਜਿਹਦੇ ਵਿੱਚ ਉਹ ਇੱਕ ਅਜਿਹੇ ਸਕੂਲ ਦੀ ਕਲਪਨਾ ਕਰਦੀ ਹੈ ਜਿਹਦੇ ਵਿੱਚ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬਿਲਕੁਲ ਵੀ ਬੋਝ ਨਹੀਂ ਹੈ। ਸੋ ਇਹਦੇ ਵਿੱਚ ਜਿਹੜੀ ਹੈ ਉਹ ਨੀਲ ਪਰੀ ਬੱਚਿਆਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੀ ਹੈ। ਕੀ ਕਰਦੀ ਹੈ ਉਹ ਆਪਾਂ ਅਖੀਰ ਤੇ ਪੜਾਂਗੇ ਤੇ ਇਕਾਂਗੀ ਜਿਹੜੀ ਆ ਸਾਡੇ ਸਾਹਮਣੇ ਕੀ ਸੰਦੇਸ਼ ਦੇ ਕੇ ਜਾਂਦੀ ਆ ਉਹ ਦੇਖਾਂਗੇ। ਸੋ ਦ੍ਰਿਸ਼ ਪਹਿਲੇ ਦੇ ਵਿੱਚ ਕੀ ਦੱਸਿਆ ਆ, ਇੱਕ ਮੱਧ ਵਰਗੀ ਪਰਿਵਾਰ, ਮੱਧ ਵਰਗੀ ਮਤਲਬ ਮਿਡਲ ਕਲਾਸ ਫੈਮਿਲੀ, ਨਾ ਲੋਅਰ ਕਲਾਸ ਨਾ ਅਪਰ ਕਲਾਸ, ਮਿਡਲ ਕਲਾਸ ਦਾ ਡਰਾਇੰਗ ਰੂਮ ਵਿੱਚ ਦਰਵਾਜ਼ਾ ਬਾਹਰ ਨੂੰ ਖੁੱਲਦਾ ਹੈ, ਦੂਜਾ ਅੰਦਰ ਬੈਡਰੂਮ ਅਤੇ ਤੀਜਾ ਕਿਚਨ। ਕਿਚਨ ਮਤਲਬ ਰਸੋਈ। ਨਿੱਕੀ ਬਹੁਤ ਪਰੇਸ਼ਾਨ ਤੇ ਥੱਕੀ ਹੋਈ ਕਿਤਾਬਾਂ ਦੇ ਢੇਰ ਵਿੱਚ ਉਲਝੀ ਆਪਣਾ ਹੋਮਵਰਕ ਕਰ ਰਹੀ ਹੈ। ਇੱਕ ਕਾਪੀ ਦਾ ਕੰਮ ਨਿਬੇੜ ਕੇ ਥੋੜਾ ਸੁੱਖ ਦਾ ਸਾਹ ਆਉਂਦਾ ਹੈ ਤੇ ਉਹ ਸੁਸਤਾਉਣ ਲੱਗਦੀ ਹੈ। ਸੁਸਤਾਉਣ ਲੱਗਦੀ ਮਤਲਬ ਥੋੜੀ ਬਹੁਤੀ ਉਹਨੂੰ ਲੇਜ਼ੀਨੈਸ ਹੁੰਦੀ ਹੈ, ਥੱਕ ਜਾਂਦੀ ਹੈ। ਇੱਕ ਹੋਮਵਰਕ ਉਹਨੇ ਕਰ ਲਿਆ ਤੇ ਹੁਣ ਥੋੜਾ ਜਿਹਾ ਉਹਨੇ ਸੁੱਖ ਦਾ ਸਾਹ ਲਿਆ ਆ, ਪਰ ਅਚਾਨਕ ਨਜ਼ਰ ਵਾਲ ਕਲੌਕ ਤੇ ਜਾਂਦੀ ਹੈ ਤੇ ਉਹ ਘਬਰਾਈ ਹੋਈ ਫਿਰ ਕੰਮ ਤੇ ਲੱਗ ਜਾਂਦੀ ਹੈ। ਸੋ ਇੱਥੇ ਜਿਹੜੀ ਹੈ ਨਿੱਕੀ ਦੇ ਉੱਪਰ ਜਿਹੜਾ ਬੋਝ ਹੈ ਉਹ ਸਾਫ਼ ਦਿਖਾਈ ਦੇ ਰਿਹਾ ਆ ਕਿ ਇੱਕ ਸਬਜੈਕਟ ਦਾ ਕੰਮ ਉਹਨੇ ਨਿਬੇੜ ਲਿਆ ਆ, ਪਰ ਜਿੱਦਾਂ ਹੀ ਉਹ ਵਾਲ ਕਲੌਕ ਵੱਲ ਦੇਖਦੀ ਹੈ, ਘੜੀ ਵੱਲ ਦੇਖਦੀ ਹੈ ਤੇ ਸਮੇਂ ਵੱਲ ਉਹਦੀ ਨਜ਼ਰ ਪੈਂਦੀ ਹੈ ਤੇ ਫਿਰ ਜਿਹੜਾ ਹੈ ਉਹ ਦੁਬਾਰਾ ਉੱਠ ਕੇ ਕੰਮ ਨੂੰ ਲੱਗ ਜਾਂਦੀ ਹੈ। ਮੰਮੀ ਕਿਚਨ 'ਚ ਆਉਂਦੀ ਹੋਈ, ਨਿੱਕੀ ਬੇਟੇ ਜਲਦੀ ਕਰੋ, ਹੋਮਵਰਕ ਕਰ ਲਿਆ ਹੈ ਤਾਂ ਟਿਊਸ਼ਨ ਜਾਣ ਦੀ ਤਿਆਰੀ ਕਰੋ, ਮੈਥਸ ਦਾ ਟੈਸਟ ਵੀ ਕੱਲ੍ਹ ਹੈ ਨਾ, ਉਸ ਦੀ ਤਿਆਰੀ ਹੋ ਗਈ। ਸੋ ਇੱਥੇ ਜਿਹੜੇ ਹੈ ਮਾਂ ਪਿਓ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਜਾਇਜ਼ਾ ਲੈਂਦੇ ਹੋਏ ਬੱਚੇ ਕੀ ਕਰ ਰਹੇ ਆ ਉਹ ਸਭ ਨਜ਼ਰ ਆਉਂਦਾ ਆ ਕਿ ਜਿਹੜੀ ਨਿੱਕੀ ਦੀ ਮੰਮੀ ਹੈ ਉਹ ਵੀ ਨਾਲ ਨਾਲ ਉਹਨੂੰ ਇੰਸਟਰਕਸ਼ਨਸ ਦੇ ਰਹੀ ਆ, ਜਾਂ ਇਹ ਕਹਿ ਲਓ ਕਿ ਉਹਨੇ ਕਿਸ ਤਰ੍ਹਾਂ ਕਰਨਾ ਹੈ। ਪਹਿਲਾਂ ਕੀ ਕਹਿੰਦੀ ਹੈ ਕਿ ਨਿੱਕੀ ਕੀ ਕਰੇ, ਹੋਮਵਰਕ ਕਰ ਲਿਆ ਹੈ ਤਾਂ ਕੱਤੇ ਜਾਣ ਦੀ ਤਿਆਰੀ ਕਰੇ, ਟਿਊਸ਼ਨ 'ਤੇ ਜਾਣ ਦੀ। ਔਰ ਟਿਊਸ਼ਨ 'ਤੇ ਵੀ ਜਿਹੜਾ ਆ ਉਹਦਾ ਟੈਸਟ ਹੈ ਮੈਥਸ ਦੀ, ਜਿਹਦੀ ਉਹਨੇ ਤਿਆਰੀ
ਕਰਨੀ ਹੈ। ਸੋ ਉਹਦੇ ਮੰਮੀ ਜਿਹੜੇ ਉਹਨੂੰ ਪੁੱਛਦੇ ਆ ਕਿ ਉਹਦੀ ਤਿਆਰੀ ਹੋ ਗਈ ਹੈ। ਸੋ ਇੱਥੇ ਜਿਹੜੀ ਹੈ ਚਿੰਤਾ ਦਾ ਵਿਸ਼ਾ ਇਹ ਹੈ ਕਿ ਬੱਚਿਆਂ ਦੇ ਉੱਪਰ ਸਿਰਫ ਸਕੂਲੀ ਹੋਮਵਰਕ ਦਾ ਹੀ ਬੋਝ ਨਹੀਂ ਹੈ, ਬਲਕਿ ਟਿਊਸ਼ਨਾਂ ਦਾ ਵੀ ਬਰਾਬਰ ਬੋਝ ਆ। ਜਿੱਥੇ ਇੱਕ ਪਾਸੇ ਬੱਚੇ ਜਿਹੜੇ ਆ ਹੋਮਵਰਕ 'ਚ ਉਲਝੇ ਹੋਏ ਆ, ਉੱਥੇ ਦੂਸਰੇ ਪਾਸੇ ਉਹਨਾਂ ਦੇ ਉੱਪਰ ਜਿਹੜਾ ਹੈ ਟਿਊਸ਼ਨ 'ਤੇ ਜਾਣ ਦਾ ਅਤੇ ਉੱਥੇ ਹੋਣ ਵਾਲੇ ਜਿਹੜੇ ਟੈਸਟ ਹੈ ਉਹਨਾਂ ਦੀ ਤਿਆਰੀ ਦਾ ਵੀ ਬੋਝ ਬਰਕਰਾਰ ਆ। ਪਾਪਾ ਬੈੱਡਰੂਮ 'ਚੋਂ ਆਉਂਦੇ ਹੋਏ ਕੱਲ ਤੇਰੇ ਨੀਤੂ ਮੈਡਮ ਮਿਲੇ ਸਨ। ਉਹ ਕਹਿ ਰਹੇ ਸਨ ਕਿ ਤੇਰੀ ਇੰਗਲਿਸ਼ ਵੀਕ ਮਤਲਬ ਕਮਜ਼ੋਰ ਚੱਲ ਰਹੀ ਹੈ। ਅੱਜ ਕੱਲ੍ਹ ਸਚਦੇਵਾ ਸਰ ਤੋਂ ਆਉਂਦੇ ਹੋਏ ਉਹਨਾਂ ਕੋਲ ਵੀ ਲਾ ਕੇ ਆਈ ਘੰਟਾ, ਅਤੇ ਕੱਲ੍ਹ ਤੋਂ ਰੈਗੂਲਰ ਟਾਈਮ ਸੈੱਟ ਕਰ ਲਈ। ਓਕੇ। ਸੋ ਇੱਥੇ ਜਿਹੜੇ ਆ ਨਿੱਕੀ ਦੇ ਪਾਪਾ ਉਹਨੂੰ ਕੀ ਕਹਿੰਦੇ ਪਏ ਆ ਕਿ ਉਹਨੂੰ ਜਿਹੜੇ ਆ ਨਿੱਕੀ ਦੇ ਮੈਡਮ ਮਿਲੇ ਸੀ, ਜਿੱਤੋਂ ਉਹਨਾਂ ਨੂੰ ਕੀ ਪਤਾ ਚੱਲਿਆ ਆ ਕਿ ਜਿਹੜੀ ਨਿੱਕੀ ਦੀ ਇੰਗਲਿਸ਼ ਹੈ ਨਾ ਉਹ ਕਮਜ਼ੋਰ ਆ। ਇਸ ਕਰਕੇ ਜਿਹੜਾ ਹੈ ਹੁਣ ਉਹ ਮੈਥਸ ਦੇ ਨਾਲ ਨਾਲ ਆਪਣੀ ਜਿਹੜੇ ਇੰਗਲਿਸ਼ ਦੇ ਟੀਚਰ ਹੈ ਨਾ ਸਚਦੇਵਾ ਸਰ, ਉਹਨਾਂ ਤੋਂ ਵੀ ਟਿਊਸ਼ਨ 1 ਘੰਟਾ ਪੜ੍ਹ ਕੇ ਆਵੇ ਅਤੇ ਰੋਜ਼ ਦਾ ਜਿਹੜਾ ਹੈ ਆਪਣਾ ਟਾਈਮ ਸੈੱਟ ਕਰ ਲਵੇ ਤਾਂ ਕਿ ਉਹ ਇੰਗਲਿਸ਼ ਦੀ ਵੀ ਟਿਊਸ਼ਨ ਅੱਗੇ ਤੋਂ ਪੜ੍ਹ ਸਕੇ। ਮੰਮੀ ਸ਼ੀਸ਼ੇ ਅੱਗੇ ਵਾਲ ਠੀਕ ਕਰਦੀ ਹੋਈ, ਨਾਲੇ ਮੈਡਮ ਟੀਵੀ ਦੇਖਣਾ ਅਤੇ ਕਾਮਿਕਸ ਪੜ੍ਹਨਾ, ਕਾਮਿਕਸ ਹੁੰਦੀਆਂ ਮਨੋਰੰਜਨ ਦੀਆਂ ਕਿਤਾਬਾਂ, ਪੜ੍ਹਨਾ ਬੰਦ ਕਰੋ। ਥੋੜ੍ਹੇ ਦਿਨ ਦੇ ਪੇਪਰਾਂ ਦੀ ਤਿਆਰੀ ਕਰੋ, ਸਿਰਫ 6 ਮਹੀਨੇ ਰਹਿ ਗਏ ਨੇ ਪੇਪਰਾਂ ਵਿੱਚ। ਸੋ ਮੰਮੀ ਜਿਹੜੀ ਹੈ ਉਹ ਕੀ ਕਹਿੰਦੀ ਹੈ ਕਿ ਹੁਣ ਜਿਹੜਾ ਆ ਉਹ ਸਾਰਾ ਆਪਣਾ ਧਿਆਨ ਕਾਹਦੇ 'ਚ ਲਾ ਦੇਣ, ਪੜ੍ਹਾਈ ਦੇ ਵਿੱਚ। ਜਿੰਨਾ ਵੀ ਉਹ ਆਪਣਾ ਸਮਾਂ ਟੀਵੀ ਦੇਖਣ 'ਚ, ਕਿਤਾਬਾਂ ਪੜ੍ਹਨ ਦੇ ਵਿੱਚ, ਕਾਮਿਕਸ ਪੜ੍ਹਨ ਦੇ ਵਿੱਚ ਅਜਾਇਆ ਕਰਦੇ ਆ, ਫਜ਼ੂਲ ਗਵਾਉਂਦੇ ਆ, ਉਹ ਬੰਦ ਕਰ ਦੇਣ, ਕਿਉਂਕਿ ਪੇਪਰ ਜਿਹੜੇ ਆ ਉਹ ਆਉਣ ਵਾਲੇ ਆ, ਸਿਰਫ 6 ਮਹੀਨੇ ਰਹਿ ਗਏ ਆ। ਅਤੇ ਫਿਰ ਜਿਹੜੀ ਆ ਉਹਨਾਂ ਦੀ ਤਿਆਰੀ ਕਰਨੀ ਜਿਹੜੀ ਆ ਉਹ ਜਾਰੀ ਰਹਿਣੀ ਚਾਹੀਦੀ ਹੈ। ਪਾਪਾ ਅਸੀਂ ਜਰਾ ਸ਼ਰਮਾ ਅੰਕਲ ਦੇ ਘਰ ਜਾ ਰਹੇ ਹਾਂ, 2 ਘੰਟੇ ਤੱਕ ਆ ਜਾਵਾਂਗੇ, ਪੜ੍ਹਦੇ ਰਹਿਣਾ ਉਦੋਂ ਤੱਕ। ਮੰਮੀ ਗੈਸ 'ਤੇ ਦੁੱਧ ਪਿਆ ਹੈ, ਉਬਾਲਾ ਆ ਜਾਵੇ ਤਾਂ ਬੰਦ ਕਰ ਦੇਈਂ ਅਤੇ ਟਾਈਮ ਬਿਲਕੁਲ ਨਹੀਂ ਵੇਸਟ ਕਰਨਾ। ਪਾਪਾ ਵਿੱਕੀ ਆਏਗਾ ਤਾਂ ਉਸਨੂੰ ਦੁੱਧ ਗਰਮ ਕਰਕੇ ਪਿਲਾ ਦੇਈਂ, ਪਰ ਖੇਡਣ ਨਾ ਲੱਗ ਜਾਣਾ, ਪੜ੍ਹਨਾ ਹੈ ਸਿਰਫ। ਮੈਂ ਤਾਂ ਆ ਕੇ ਵੇਖਾਂਗਾ ਕੀ ਕੀਤਾ ਹੈ ਸਾਡੇ ਮਗਰੋਂ। ਓਕੇ। ਆਪਣਾ ਸਮਾਨ ਵਗੈਰਾ ਲੈ ਕੇ ਬਾਹਰ ਨਿਕਲਦੇ ਹਨ। ਸੋ ਇੱਥੇ ਜਿਹੜੇ ਆ ਉਹ ਸਾਫ਼ ਦਿਖਾਈ ਦੇ ਰਿਹਾ ਆ ਕਿ ਜਿਹੜੇ ਮੰਮੀ ਪਾਪਾ ਆ ਉਹ ਆਪ ਤਾਂ ਜਿਹੜੇ ਆ ਘਰ ਤੋਂ ਬਾਹਰ ਜਾ ਰਹੇ ਆ, ਪਰ ਪਿੱਛੋਂ ਜਿਹੜੀ ਹੈ ਉਹ ਬੱਚਿਆਂ ਨੂੰ ਹਦਾਇਤਾਂ ਦੇ ਕੇ ਜਾ ਰਹੇ ਆ ਕਿ ਨਾ ਤਾਂ ਘਰ ਤੋਂ ਬਾਹਰ ਜਾਣਾ ਹੈ ਖੇਡਣ ਲਈ, ਨਾ ਟੀਵੀ ਦੇਖਣਾ ਆ, ਨਾ ਕੋਈ ਕਾਮਿਕਸ ਪੜ੍ਹਨੀ ਹੈ, ਸਿਰਫ ਕੀ ਕਰਨਾ ਆ, ਪੜ੍ਹਨਾ ਹੀ ਆ। ਪੇਪਰ ਆਉਣ ਵਾਲੇ ਆ, ਇਸ ਕਰਕੇ ਉਹਨਾਂ ਨੇ ਸਿਰਫ ਪੜ੍ਹਨਾ ਆ ਅਤੇ ਆ ਕੇ ਉਹਨਾਂ ਨੇ ਦੇਖਣਾ ਆ ਕਿ ਉਹਨਾਂ ਨੇ ਪਿੱਛੋਂ ਜਿਹੜਾ ਹੈ ਕਿੰਨੀ ਕੁ ਤਿਆਰੀ ਕੀਤੀ ਹੈ ਅਤੇ ਕਿੰਨੀ ਕੁ ਨਹੀਂ। ਔਰ ਨਾਲ ਦੀ ਨਾਲ ਜਿਹੜੇ ਆ ਮੰਮੀ ਪਾਪਾ ਉਹ ਜਿਹੜੀ ਨਿੱਕੀ ਹੈ ਉਹਨੂੰ ਕਹਿ ਕੇ ਜਾਂਦੇ ਆ ਕਿ ਉਹਦਾ ਭਰਾ ਵਿੱਕੀ ਟਿਊਸ਼ਨ ਤੋਂ ਆਏਗਾ, ਉਹਨੂੰ ਦੁੱਧ ਵੀ ਪਿਲਾਉਣਾ ਆ ਅਤੇ ਦੋਨਾਂ ਨੇ ਸਿਰਫ ਪੜ੍ਹਨਾ ਹੀ ਹੈ, ਹੋਰ ਕੋਈ ਵੀ ਕੰਮ ਨਹੀਂ ਕਰਨਾ। ਮੰਮੀ ਓਕੇ, ਘਰ ਦਾ ਧਿਆਨ ਰੱਖੀ ਅਤੇ ਪੜ੍ਹਦੇ ਰਹਿਣਾ। ਓਕੇ। ਨਿੱਕੀ ਉੱਠ ਕੇ ਦਰਵਾਜ਼ਾ ਬੰਦ ਕਰਦੀ ਹੈ ਅਤੇ ਫਿਰ ਭੈੜਾ ਜਿਹਾ ਮੂੰਹ ਬਣਾ ਕੇ ਨਕਲ ਲਾਉਂਦੀ ਹੈ। ਕਿਹਦੀ ਨਕਲ ਲਾਉਂਦੀ ਹੈ? ਆਪਣੀ ਮੰਮੀ ਦੀ ਨਕਲ ਲਾਉਂਦੀ ਹੈ ਨਿੱਕੀ। ਪੜ੍ਹਦੇ ਰਹਿਣਾ, ਖੇਡਣਾ ਨਹੀਂ, ਟੀਵੀ ਨਹੀਂ ਵੇਖਣਾ ਹੈ, ਹੋਮਵਰਕ ਕਰਨਾ ਹੈ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ। ਇਹ ਵੀ ਕੋਈ ਜ਼ਿੰਦਗੀ ਆ? ਸਾਰਾ ਦਿਨ ਪੜ੍ਹਦੇ ਰਹਿਣਾ, ਪੜ੍ਹਦੇ ਹੀ ਰਹਿਣਾ। ਇਸ ਤੋਂ ਤਾਂ ਚੰਗਾ ਅਨਪੜ੍ਹ ਹੈ। ਅਚਾਨਕ ਕੁਛ ਯਾਦ ਆਉਂਦਾ ਹੈ, ਹਾਏ ਰੱਬਾ ਗੈਸ ਚੱਲਦੀ ਪਈ ਹੈ। ਦੌੜ ਕੇ ਰਸੋਈ ਵਿੱਚ ਜਾਂਦੀ ਹੈ, ਗੈਸ ਬੰਦ ਕਰਦੀ। ਦਰਸ਼ਕਾਂ ਨੂੰ ਵੇਖਿਆ ਤੁਸੀਂ, ਇਹ ਹੈ ਸਾਡੀ ਬੱਚਿਆਂ ਦੀ ਜ਼ਿੰਦਗੀ। ਆਪ ਤਾਂ ਮੰਮੀ ਪਾਪਾ ਗਏ ਸੈਰਾਂ 'ਤੇ ਨਕਲ ਲਾ ਕੇ, ਅਸੀਂ ਜ਼ਰਾ ਸ਼ਰਮਾ ਅੰਕਲ ਦੇ ਘਰ ਜਾ ਰਹੇ ਹਾਂ, ਤੁਸੀਂ ਕੰਮ ਕਰਨਾ ਹੈ, ਸਮਝੋ ਸਿਰਫ ਪੜ੍ਹਨਾ ਹੈ। ਓਕੇ। ਬੋਰ। ਸੋ ਇੱਥੇ ਜਿਹੜੀ ਨਿੱਕੀ ਹੈ ਉਹ ਆਪਣੀ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦੀ ਹੈ ਕਿ ਅਸਲ ਮਾਇਨੇ ਦੇ ਵਿੱਚ ਉਹ ਆਪਣੀ ਇਸ ਜ਼ਿੰਦਗੀ ਤੋਂ ਤੰਗ ਆ ਚੁੱਕੀ ਹੈ। ਮਾਂ ਪਿਓ ਜਿਹੜੇ ਆ ਉਹ ਖੁਦ ਤਾਂ ਘੁੰਮਣ ਫਿਰਨ ਦੇ ਵਿੱਚ ਲੱਗੇ ਹੋਏ ਆ, ਪਰ ਪਿੱਛੋਂ ਜਿਹੜੇ ਆ ਉਹ ਕੀ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਪੜ੍ਹਦੇ ਰਹਿਣ ਅਤੇ ਬਿਲਕੁਲ ਵੀ ਆਪਣਾ ਸਮਾਂ ਜਿਹੜਾ ਹੈ ਉਹ ਅਜਾਈ ਨਾ ਗਵਾਉਣ। ਸੋ ਨਿੱਕੀ ਜਿਹੜੀ ਹੈ ਅਤੇ ਬਾਰ ਭੈੜਾ ਜਿਹਾ ਮੂੰਹ ਬਣਾਉਂਦੀ ਹੈ ਅਤੇ ਆਪਣੀ ਮਾਂ ਪਿਓ ਦੀ ਸਾਂਗ ਲਾਉਂਦੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਆਪਣੀ ਇਸ ਜ਼ਿੰਦਗੀ ਤੋਂ ਜਿਹੜੀ ਨਿੱਕੀ ਹੈ ਉਹ ਬੋਰ ਹੋ ਚੁੱਕੀ ਹੈ ਬੁਰੀ ਤਰ੍ਹਾਂ। ਕਾਲ ਬੈਲ ਹੁੰਦੀ ਹੈ, ਦਰਵਾਜ਼ੇ ਵੱਲ ਆਉਂਦੀ ਹੈ। ਇਹ ਲਾਜ਼ਮੀ ਵਿੱਕੀ ਹੋਏਗਾ, ਵਿਚਾਰਾ ਟਿਊਸ਼ਨ ਪੜ੍ਹ ਕੇ ਆ ਰਿਹਾ ਹੈ। ਟਿਊਸ਼ਨ ਵੀ ਕਾਹਦੀ? ਮੈਥ ਦੀ, ਸਾਇੰਸ ਦੀ, ਇੰਗਲਿਸ਼ ਦੀ। ਉਸਦੀ ਸ਼ਕਲ ਵੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਟਿਊਸ਼ਨ ਪੜ੍ਹ ਕੇ ਆਇਆ ਹੈ ਜਾਂ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੈ। ਸੋ ਬੇਟੇ ਇੱਥੇ ਜਿਹੜੀ ਇਹ ਚੀਜ਼ ਧਿਆਨ ਦੇਣ ਜੋਗੀ ਹੈ ਕਿ ਅੱਜ ਕੱਲ੍ਹ ਬੱਚਿਆਂ ਦਾ ਜਿਹੜਾ ਹਾਲ ਆ ਉਹ ਇੱਕ ਬਹੁਤ ਵੱਡੀ ਲੜਾਈ ਦਾ ਮੈਦਾਨ ਹੈ। ਸਵੇਰੇ ਉੱਠਣਾ,
ਤਿਆਰ ਹੋਣਾ, ਸਕੂਲ ਜਾਣਾ, ਸਕੂਲੋਂ ਆਣਾ, ਆ ਕੇ ਰੋਟੀ ਖਾਣੀ, ਟਿਊਸ਼ਨਾਂ 'ਤੇ ਜਾਣਾ, 2-2 3-3 ਟਿਊਸ਼ਨਾਂ ਪੜ੍ਹਨੀਆਂ। ਔਰ ਉਸ ਤੋਂ ਬਾਅਦ ਆ ਕੇ ਫਿਰ ਮਾਂ ਪਿਓ ਜਿਹੜੇ ਆ ਉਹ ਕੀ ਚਾਹੁੰਦੇ ਆ ਕਿ ਬੱਚੇ ਕਿਤਾਬਾਂ ਖੋਲ੍ਹ ਕੇ ਬੈਠ ਜਾਣ, ਆਪਣਾ ਹੋਮਵਰਕ ਕਰਨ, ਟੈਸਟਾਂ ਦੀ ਤਿਆਰੀ ਕਰਨ। ਸੋ ਇਸ ਤਰ੍ਹਾਂ ਜਿਹੜੀ ਅੱਜ ਕੱਲ੍ਹ ਦੀ ਬੱਚਿਆਂ ਦੀ ਜ਼ਿੰਦਗੀ ਹੈ ਨਾ, ਉਹ ਇੱਕ ਬਹੁਤ ਵੱਡੀ ਲੜਾਈ ਆ ਜਿਹੜੀ ਕਿ ਹਰ ਰੋਜ਼ ਹਰ ਸਕੂਲ ਜਾ ਰਹੇ ਬੱਚੇ ਨੂੰ ਲੜਨੀ ਪੈਂਦੀ ਹੈ। ਦਰਵਾਜ਼ਾ ਖੋਲ੍ਹਦੀ ਹੈ, ਸਾਹਮਣੇ ਵਿੱਕੀ ਖੜਾ ਹੈ, ਪਸੀਨੇ ਨਾਲ ਭਿੱਜਿਆ ਤੇ ਉਜੜਿਆ। ਦਰਵਾਜ਼ਾ ਖੁੱਲ੍ਹਦਿਆਂ ਹੀ ਇੱਕ ਮਸ਼ੀਨ ਵਾਂਗ ਤੁਰਦਾ ਆ ਕੇ ਸੋਫੇ 'ਤੇ ਡਿੱਗ ਪੈਂਦਾ ਹੈ। ਸੋ ਥੱਕ ਟੁੱਟ ਕੇ ਜਿਹੜਾ ਹੈ ਉਹ ਅਖੀਰ ਸੋਫੇ 'ਤੇ ਡਿੱਗਦਾ ਹੈ। ਦਰਵਾਜ਼ਾ ਬੰਦ ਕਰਕੇ ਵਿੱਕੀ ਵੱਲ ਆਉਂਦੀ ਹੈ, ये बेचारा एजुकेशन के बोझ का मारा। एजुकेशन मतलब पढ़ाई। कब मिलेगा इस बस्ते के बोझ से छुटकारा। ਸੋ ਜਿਹੜੀ ਹੈ ਨਿੱਕੀ ਇਹ ਕਹਿੰਦੀ ਆ ਕਿ ਉਹਦਾ ਭਰਾ ਜਿਹੜਾ ਹੈ ਉਹ ਵੀ ਉਹਦੇ ਵਾਂਗ ਹੀ ਪੜ੍ਹਾਈ ਦੇ ਬੋਝ ਦਾ ਮਾਰਿਆ ਹੋਇਆ ਆ, ਤੇ ਉਹਨਾਂ ਨੂੰ ਇਸ ਬਸਤੇ ਦੇ ਬੋਝ ਤੋਂ ਕਦੋਂ ਜਿਹੜਾ ਹੈ ਛੁਟਕਾਰਾ ਮਿਲੇਗਾ। ਰਸੋਈ ਵਿੱਚੋਂ ਉਸ ਲਈ ਪਾਣੀ ਲੈ ਕੇ ਆਉਂਦੀ ਹੈ। ਵਿੱਕੀ ਉੱਠਣ ਦੀ ਕੋਸ਼ਿਸ਼ ਕਰਦਾ ਹੈ, ਪਰ ਭਾਰੀ ਬਸਤਾ ਪਿੱਠ ਤੇ ਚੜਿਆ ਹੋਣ ਕਾਰਨ ਉਸਦੀ ਨਿੱਕੀ ਦੀ ਮਦਦ ਲੈਣੀ ਪੈਂਦੀ ਹੈ। ਪਾਣੀ ਪੀ ਕੇ ਉਸਨੂੰ ਕੁਝ ਸਾਹ ਆਉਂਦਾ ਹੈ। ਵਿੱਕੀ ਮੰਮੀ ਪਾਪਾ, ਮਤਲਬ ਵਿੱਕੀ ਜਿਹੜਾ ਹੈ ਇੱਥੇ ਆਪਣੇ ਮੰਮੀ ਪਾਪਾ ਬਾਰੇ ਪੁੱਛਦਾ ਆ ਕਿ ਉਹ ਕਿੱਥੇ ਆ। ਨਿੱਕੀ, ਉਹ ਗਏ ਨੇ ਸ਼ਰਮਾ ਅੰਕਲ ਦੇ ਘਰ, 2 ਘੰਟਿਆਂ ਨੂੰ ਮੁੜਨਗੇ। ਉਤਨੀ ਦੇਰ ਤੱਕ ਮੰਮੀ ਪਾਪਾ ਦੇ ਲਹਿਜ਼ੇ ਵਿੱਚ ਆਦੇਸ਼ ਦਿੰਦੀ ਹੋਈ, ਤੁਸੀਂ ਟਾਈਮ ਵੇਸਟ ਨਹੀਂ ਕਰਨਾ, ਸਿਰਫ ਪੜ੍ਹਨਾ ਹੈ, ਹੋਮਵਰਕ ਕਰਨਾ ਹੈ, ਓਕੇ। ਖਾਲੀ ਗਿਲਾਸ ਲੈ ਕੇ ਰਸੋਈ ਵਿੱਚ ਜਾਂਦੀ ਹੈ। ਸੋ ਨਿੱਕੀ ਜਿਹੜੀ ਹੈ ਜਿੱਦਾਂ ਉਹਨਾਂ ਦੇ ਮਾਪਿਓ ਹਦਾਇਤਾਂ ਦੇ ਕੇ ਗਏ ਸੀ, ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਹੈ ਆਪਣੇ ਭਰਾ ਨੂੰ ਬੋਲ ਕੇ ਸੁਣਾਉਂਦੀ ਹੈ ਕਿ ਉਹ ਦੋਨੋਂ ਜਾਣੇ ਜਿਹੜੇ ਆ ਉਹ ਗਏ ਆ, ਤੇ ਉਹਨਾਂ ਦੇ ਜਾਣ ਤੋਂ ਬਾਅਦ ਸਮਾਂ ਬਿਲਕੁਲ ਖ਼ਰਾਬ ਨਹੀਂ ਕਰਨਾ, ਬਰਬਾਦ ਨਹੀਂ ਕਰਨਾ, ਤੇ ਸਾਰਾ ਧਿਆਨ ਜਿਹੜਾ ਹੈ ਉਹ ਆਪਣਾ ਪੜ੍ਹ ਕੇ ਹੋਮਵਰਕ ਕਰਨਾ ਹੈ। ਵਿੱਕੀ, ਓ ਨੋ, ਨॉट अगेन मतलब दोबारा नहीं। ਪਹਿਲਾਂ ਹੀ ਉਹ 3 ਟਿਊਸ਼ਨਾਂ ਪੜ੍ਹ ਕੇ ਆਇਆ, ਮੈਥ, ਸਾਇੰਸ, ਇੰਗਲਿਸ਼, ਔਰ ਦੁਬਾਰਾ ਫਿਰ ਉਹਨੂੰ ਜਦੋਂ ਨਿੱਕੀ ਜਿਹੜੀ ਹੈ ਪੜ੍ਹਨ ਦੇ ਲਈ ਕਹਿੰਦੀ ਹੈ, ਤੇ ਉਹ ਵਿਚਾਰਾ ਜਿਹੜਾ ਕੀ ਕਹਿੰਦਾ, ਉਹਨੂੰ ਦੁਬਾਰਾ ਨਹੀਂ, ਨॉट अगेन ਦੁਬਾਰਾ ਨਹੀਂ ਉਹ ਪੜ੍ਹਨਾ ਚਾਹੁੰਦਾ। ਫਿਰ ਇਹ ਬਸਤਾ ਹੇ ਰਾਮ ਕਹਿ ਕੇ ਸੋਫੇ 'ਤੇ ਬੇਹੋਸ਼ ਹੋਣ ਦਾ ਨਾਟਕ ਕਰਦਾ ਹੈ। ਸੋ ਦੁਬਾਰਾ ਫਿਰ ਪੜ੍ਹਾਈ ਦਾ ਨਾਮ ਸੁਣ ਕੇ ਉਹਦੀ ਹਾਲਤ ਜਿਹੜੀ ਹੈ ਨਾ ਉਹ ਬੇਹੋਸ਼ਾਂ ਵਰਗੀ ਹੋ ਜਾਂਦੀ ਹੈ ਕਿ ਉਹਨੂੰ ਦੁਬਾਰਾ ਫਿਰ ਬਸਤਾ ਚੱਕਣਾ ਪਏਗਾ, ਫਿਰ ਪੜ੍ਹਨਾ ਪਏਗਾ। ਨਿੱਕੀ ਰਸੋਈ ਵਿੱਚੋਂ ਆਉਂਦੀ ਹੋਈ, ਇਹ ਹੈ ਸਾਡੀ ਜ਼ਿੰਦਗੀ, ਸਿਰਫ ਪੜ੍ਹਦੇ ਰਹਿਣਾ, ਸਵੇਰ ਤੋਂ ਲੈ ਕੇ ਰਾਤ ਤੱਕ ਹਿਸਟਰੀ, ਕੈਮਿਸਟਰੀ, ਮੈਥ, ਬਾਇਓ, ਜਿਓਗ੍ਰਾਫੀ, ਲਿਟਰੇਚਰ ਤੇ ਪਤਾ ਨਹੀਂ ਕੀ। ਪਹਿਲਾਂ ਸਕੂਲ, ਫਿਰ ਹੋਮਵਰਕ, ਫਿਰ ਟਿਊਸ਼ਨਾਂ, ਫਿਰ ਮੰਮੀ ਪਾਪਾ ਦੀ ਕਲਾਸ, ਨਾ ਖੇਡਣ ਨੂੰ ਟਾਈਮ ਤੇ ਨਾ ਹੀ ਟੀਵੀ ਵੇਖਣ ਦੇ ਲਈ। ਸੋ ਇੱਥੇ ਜਿਹੜੀ ਹੈ ਬੱਚੇ ਕੀ ਚਾਹੁੰਦੇ ਆ ਉਹ ਦੱਸਿਆ ਗਿਆ ਆ ਕਿ ਸਾਰਾ ਦਿਨ ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਮੱਥਾ ਮਾਰਨਾ ਪੈਂਦਾ ਆ, ਹੋਮਵਰਕ ਕਰਨਾ ਪੈਂਦਾ ਆ, ਟਿਊਸ਼ਨਾਂ 'ਤੇ ਜਾਣਾ ਪੈਂਦਾ ਆ, ਔਰ ਇੰਨਾ ਕੁਛ ਕਰਨ ਦੇ ਬਾਵਜੂਦ ਜਿਹੜਾ ਹੈ ਫਿਰ ਉਹਨਾਂ ਦੀ ਮੰਮੀ ਪਾਪਾ ਜਿਹੜੀ ਆ ਉਹਨਾਂ ਦੀ ਕਲਾਸ ਲਗਾਉਂਦੇ ਆ, ਕੀ ਕਹਿ ਕੇ ਕਿ ਤੁਸੀਂ ਪੜ੍ਹਦੇ ਨਹੀਂ ਆ। ਔਰ ਇਸ ਤਰ੍ਹਾਂ ਜਿਹੜਾ ਹੈ ਕਰਦੇ ਕਰਦੇ ਉਹਨਾਂ ਦੀ ਜ਼ਿੰਦਗੀ ਇਸ ਕਦਰ ਉਲਝ ਗਈ ਹੈ ਨਾ ਕਿ ਵਿਚਾਰਿਆਂ ਕੋਲ ਨਾ ਤਾਂ ਖੇਡਣ ਲਈ ਸਮਾਂ ਆ ਤੇ ਨਾ ਹੀ ਟੀਵੀ ਵੇਖਣ ਦੇ ਲਈ। ਸਾਰਾ ਦਿਨ ਉਹਨਾਂ ਨੂੰ ਮੋਟੀਆਂ ਕਿਤਾਬਾਂ ਦੇ ਨਾਲ ਮੱਥਾ ਮਾਰਨਾ ਪੈਂਦਾ ਆ। ਵਿੱਕੀ, ਨਿੱਕੀ ਦੀਦੀ ਕਾਰਟੂਨ ਸ਼ੋਅ ਵੇਖੇ ਨੂੰ ਕਿੰਨੇ ਜਨਮ ਬੀਤ ਗਏ। ਨਿੱਕੀ, ਮੈਨੂੰ ਤਾਂ ਲੱਗਦਾ ਅਸੀਂ ਬੰਦੇ ਨਹੀਂ ਖੋਤੇ ਹਾਂ, ਘਰ ਤੋਂ ਘਾਟ ਤੇ ਘਾਟ ਤੋਂ ਪਾਣੀ। ਸੋ ਨਿੱਕੀ ਜਿਹੜੀ ਆ ਉਹਨੂੰ ਕੀ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਕਿਸ ਵਰਗੀ ਹੈ, ਖੋਤੇ ਵਰਗੀ। ਜਿਸ ਤਰ੍ਹਾਂ ਖੋਤਾ ਜਿਹੜਾ ਹੈ ਸਾਰਾ ਦਿਨ ਭਾਰ ਲੱਦਦਾ ਆ, ਔਰ ਜਿਹੜਾ ਹੈ ਘਰ ਤੋਂ ਆਪਣੇ ਘਾਟ ਤੱਕ ਜਾਂਦਾ ਹੈ ਤੇ ਘਾਟ ਤੋਂ ਫਿਰ ਘਰ ਤੱਕ ਆਉਂਦਾ ਹੈ ਨਾ, ਉਸੇ ਤਰ੍ਹਾਂ ਉਹਨਾਂ ਦੀ ਹਾਲਤ ਹੋਈ ਹੈ ਕਿ ਸਾਰਾ ਦਿਨ ਜਿਹੜਾ ਹੈ ਆਪਣੀਆਂ ਪਿੱਠਾਂ ਦੇ ਉੱਪਰ ਭਾਰੇ ਬਸਤੇ ਚੱਕ ਕੇ ਘਰ ਤੋਂ ਸਕੂਲ ਤੇ ਸਕੂਲਾਂ ਤੋਂ ਘਰ, ਫਿਰ ਘਰ ਤੋਂ ਟਿਊਸ਼ਨਾਂ ਤੇ ਟਿਊਸ਼ਨਾਂ ਤੋਂ ਫਿਰ ਘਰ ਤੱਕ ਜਿਹੜੇ ਆ ਉਹ ਖੋਤੇ ਦੇ ਵਾਂਗ ਦੌੜੇ ਫਿਰਦੇ ਆ। ਵਿੱਕੀ, ਖੋਤੇ ਤਾਂ ਸਾਡੇ ਨਾਲੋਂ ਚੰਗੇ ਹੁੰਦੇ ਨੇ, ਸਿਰਫ ਭਾਰ ਹੀ ਢੋਣਾ ਪੈਂਦਾ ਆ। ਅਸੀਂ ਤਾਂ ਅਜਿਹੇ ਖੋਤੇ ਆ ਜਿਨ੍ਹਾਂ ਨੂੰ ਇਹ ਮੋਟਾ ਬਸਤਾ ਆਪਣਾ ਪਿੱਠ ਤੇ ਢੋਣਾ ਪੈਂਦਾ ਹੈ ਤੇ ਪੜ੍ਹਨਾ ਵੀ ਪੈਂਦਾ ਹੈ। ਚਲੋ ਨਿੱਕੀ ਦੀਦੀ ਇਸ ਤੋਂ ਪਹਿਲਾਂ ਕਿ ਮੰਮੀ ਪਾਪਾ ਆ ਜਾਣ, ਆਜੋ ਆਪਣਾ ਕੰਮ ਖਤਮ ਕਰ ਲਈਏ। ਸੋ ਕਹਿੰਦੇ ਆ ਕਿ ਜਿਹੜੇ ਖੋਤੇ ਆ ਉਹ ਤਾਂ ਸਿਰਫ ਭਾਰ ਢੋਂਦੇ ਆ, ਉਹਨਾਂ ਨੂੰ ਪੜ੍ਹਨਾ ਨਹੀਂ ਪੈਂਦਾ, ਮੱਥਾ ਨਹੀਂ ਮਾਰਨਾ ਪੈਂਦਾ। ਪਰ ਬੱਚੇ ਜਿਹੜੇ ਆ ਉਹ ਵਿਚਾਰੇ ਖੋਤਿਆਂ ਨਾਲੋਂ ਵੀ ਮਾੜੀ ਹਾਲਤ 'ਚ ਆ, ਕਿਉਂਕਿ ਉਹਨਾਂ ਨੂੰ ਜਿਹੜਾ ਹੈ ਬਸਤੇ ਦਾ ਬੋਝ ਚੱਕਣ ਦੇ ਨਾਲ ਨਾਲ ਪੜ੍ਹਾਈ ਵੀ ਕਰਨੀ ਪੈਂਦੀ ਆ। ਨਿੱਕੀ, ਮੰਮੀ ਪਾਪਾ ਓ ਮਾਈ ਗॉड ਦੋਵੇਂ ਫਟਾਫਟ ਕਿਤਾਬਾਂ ਚੁੱਕ ਕੇ ਤੇਜ਼ੀ ਦੇ ਨਾਲ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਵਿੱਕੀ, ਰੱਟਾ ਲਾਉਂਦਾ ਹੋਇਆ, ਵਨਸ ਅਪੋਨ ਅ ਟਾਈਮ देयर वॉज अ थ्रस्टी क्रो। वंस अपॉन अ टाइम देयर वॉज अ थ्रस्टी क्रो। वंस अपॉन अ टाइम
देयर वॉज अ थ्रस्टी क्रो, थ्रस्टी क्रो, थ्रस्टी क्रो, थ्रस्टी क्रो। कॉल बैल ਹੁੰਦੀ ਹੈ, ਦੋਵੇਂ ਇੱਕ ਵਾਰ ਦਰਵਾਜ਼ੇ ਵੱਲ ਵੇਖਦੇ ਹਨ ਤੇ ਫਿਰ ਆਪਣੇ ਕੰਮ ਲੱਗ ਜਾਂਦੇ ਹਨ। ਕਾਲ ਬੈਲ ਫਿਰ ਹੁੰਦੀ ਹੈ, ਦੋਵੇਂ ਫਿਰ ਇੱਕ ਦੂਜੇ ਵੱਲ ਵੇਖਦੇ ਹਨ ਤੇ ਫਿਰ ਆਪਣੇ ਕੰਮ ਲੱਗ ਜਾਂਦੇ ਹਨ। ਹੁਣ ਦਰਵਾਜ਼ਾ ਖੁੱਲਦਾ ਹੈ ਤੇ ਜੇਡੀ ਅੰਦਰ ਆਉਂਦਾ ਹੈ। ਜੇਡੀ ਦਾ ਜੇ ਬੇਟਾ ਪਾਤਰ ਆ ਜਾਵੇ ਤਾਂ ਤੁਸੀਂ ਇੱਥੋਂ ਤਿਆਰ ਕਰਨਾ ਆ। ਜੇਡੀ ਜਿਹੜਾ ਆ ਉਹ ਸਿਹਤ ਦਾ ਭਾਰਾ ਆ, ਸੋਹਣੇ ਕੱਪੜੇ, ਹੱਥ ਵਿੱਚ ਕ੍ਰਿਕਟ ਦਾ ਬੈਟ ਹੈ, ਉਸਦੀਆਂ ਅੱਖਾਂ ਤੇ ਐਨਕਾਂ ਹਨ ਤੇ ਗੱਲ ਕਰਦਾ ਉਹ ਡਾਂਸ ਕਰਦਾ ਹੈ। ਕੁੱਲ ਮਿਲਾ ਕੇ ਉਹ ਇਸ ਸਕ੍ਰਿਪਟ ਦਾ ਕਾਮੇਡੀਅਨ ਹੈ। ਜਿਸ ਤਰ੍ਹਾਂ ਅਸੀਂ ਫਿਲਮ ਦੇਖਦੇ ਨਾ ਬੇਟਾ, ਉਹਦੇ ਵਿੱਚ ਹੀਰੋ ਹੀਰੋਇਨ ਹੁੰਦੇ ਆ, ਵਿਲਨ ਹੁੰਦਾ ਆ ਤੇ ਇੱਕ ਹੁੰਦਾ ਆ ਜਿਹੜਾ ਕਿ ਇਕਾਂਗੀ ਜਾਂ ਜਿੱਦਾਂ ਫਿਲਮ ਦੇ ਵਿੱਚ ਹਾਸ ਰਸ ਪੈਦਾ ਕਰਦਾ, ਹਾਸਾ ਮਖੌਲ ਪੈਦਾ ਕਰਦਾ ਹੈ ਨਾ, ਉਸੇ ਤਰ੍ਹਾਂ ਹੀ ਜਿਹੜਾ ਜੇਡੀ ਹੈ ਨਾ ਉਹ ਇਸ ਇਕਾਂਗੀ ਦਾ ਸਕ੍ਰਿਪਟ ਦਾ ਕੀ ਹੈ, ਕਮੇਡੀਅਨ ਆ। ਕਮੇਡੀ ਲਿਆਉਣ ਦੇ ਲਈ ਲਿਆਂਦਾ ਗਿਆ। ਹੈਰਾਨੀ ਨਾਲ ਉਹ ਦੋਹਾਂ ਦਾ ਤਮਾਸ਼ਾ ਵੇਖਦਾ ਹੈ, ਦੋਵੇਂ ਉਸ ਵੱਲ ਵੇਖਦੇ ਹਨ ਪਰ ਆਪਣੇ ਕੰਮ ਲੱਗੇ ਰਹਿੰਦੇ ਹਨ। जेडी, हेलो अच्छे बच्चों, बड़ी जोर शोर नाल पढ़ाई हो रही है। दोवें अपने काम लगे रहंदे हन। जेडी पहलां बैडरूम विच जांदा है ते चोरी चोरी अंदर वेखदा है। अंदर किसी नूं ना वेख के सुख दा साह लैंदा है। मतलब की है कि निक्की ते विक्की दे पापा घर नहीं है, कोई भी नहीं है, इस करके उहनूं जिहड़ी थोड़ी जी शांति मिलदी है। इसे तरह किचन वल जांदा है ते मम्मी नूं उत्थे ना वेख के खुश हुंदा है। फिर इन्हां दोहां कोल आके दोहां नूं बड़ी हैरानी नाल वेखदा आ, पर दोहें अपने अपने काम लगे रहंदे आ। नो रिस्पॉन्स, नो रिस्पॉन्स मतलब कोई जवाब नहीं दर्शकों। ਇਹ ਤਾਂ ਐ ਲੱਗਦੇ ਜਿਵੇਂ ਚਾਬੀ ਭਰ ਕੇ ਛੱਡੇ ਹੋਣ। ਜਿੱਦਾਂ ਆਪਾਂ ਕੋਈ ਖਿਡੌਣਾ ਹੁੰਦਾ ਹੈ ਨਾ, ਉਹਨੂੰ ਚਾਬੀ ਫੁੱਲ ਕਰਕੇ ਛੱਡ ਦਿੰਦੇ ਆ ਤੇ ਉਹ ਉਦੋਂ ਤੱਕ ਚੱਲਦਾ ਰਹਿੰਦਾ ਆ ਜਦੋਂ ਤੱਕ ਉਹਦੇ ਚਾਬੀ ਜਿਹੜੀ ਆ ਔਰ ਰਹਿੰਦੀ ਆ। ਇਸੇ ਤਰ੍ਹਾਂ ਹੀ ਜਿਹੜਾ ਹੈ ਜੇਡੀ ਕੀ ਕਹਿੰਦਾ ਆ ਕਿ ਨਿੱਕੀ ਤੇ ਵਿੱਕੀ ਦੀ ਹਾਲਤ ਕਿਸ ਖਿਡੌਣੇ ਵਰਗੀ ਆ, ਜਿਹਨੂੰ ਚਾਬੀ ਦੇ ਕੇ ਛੱਡ ਦਿੱਤਾ ਹੋਵੇ ਤੇ ਉਹ ਲਗਾਤਾਰ ਚੱਲ ਰਿਹਾ ਹੋਵੇ। ਐਨੀ ਹਾਓ, ਅੱਛੇ ਬੱਚੇ ਪੜ੍ਹਦੇ ਹੀ ਚੰਗੇ ਲੱਗਦੇ ਆ। ਮੈਂ ਤਾਂ ਆਇਆ ਸੀ ਕਿ ਚੱਲ ਕੇ ਨਿੱਕੀ ਤੇ ਵਿੱਕੀ ਨਾਲ ਖੇਡਦੇ ਹਾਂ ਥੋੜ੍ਹੀ ਦੇਰ, ਪਰ ਲੱਗਦਾ ਖੇਡਣਾ ਖੁੱਡਣਾ ਥੋੜ੍ਹਾ ਮਨੋਰੰਜਨ ਕਰਨਾ ਇਹ ਮੇਰੇ ਵਰਗੇ ਮਾੜੀ ਕਿਸਮਤ ਵਾਲੇ ਲੋਕਾਂ ਦੀਆਂ ਹੀ ਗੱਲ ਹੈ। ਓਕੇ, ਸੀ ਯੂ। ਦਰਵਾਜ਼ੇ ਵੱਲ ਪਹੁੰਚਦਾ ਹੈ ਕਿ ਦੋਵੇਂ ਜੇਡੀ ਵੀਰੇ ਦੀ ਆਵਾਜ਼ ਮਾਰ ਕੇ ਉਹਨੂੰ ਫੜ ਲੈਂਦੇ ਹਨ। ਨਿੱਕੀ, ਜੇਡੀ ਵੀਰੇ ਥੋੜ੍ਹੀ ਦੇਰ ਬਹਿ ਜਾ ਨਾ ਸਾਡੇ ਕੋਲ। ਵਿੱਕੀ, ਥੋੜ੍ਹੀ ਦੇਰ ਸਾਡੇ ਨਾਲ ਖੇਡ ਲੈਣਾ। ਨਿੱਕੀ, ਸਾਨੂੰ ਤਾਂ ਲੱਗਦਾ ਹੈ ਅਸੀਂ ਪੜ੍ਹ ਪੜ੍ਹ ਕੇ ਪਾਗਲ ਹੋ ਜਾਵਾਂਗੇ। ਜੇਡੀ, ਉਹ ਇਹ ਤਾਂ ਮੈਨੂੰ ਤੁਹਾਡੀ ਇਹ ਨਹੀਂ ਸਮਝ ਆਉਂਦੀ ਕਿ ਆਖਰ ਹੈ ਤੁਸੀਂ ਇੰਨਾ ਪੜ੍ਹਦੇ ਕਿਉਂ? ਨਾ ਟੌਪ ਕਰਨਾ, ਟੌਪ ਮਤਲਬ ਕਲਾਸ ਦੇ ਵਿੱਚੋਂ ਟੌਪ ਕਰਨਾ, ਪਹਿਲੇ ਨੰਬਰ 'ਤੇ ਆਉਣਾ ਜਿਹੜਾ ਤੁਸੀਂ ਇੰਨੀ ਪੜ੍ਹਾਈ ਕਰਦੇ ਪਏ ਆ। ਨਿੱਕੀ, ਟੌਪ ਕਰਨ ਲਈ ਕੌਣ ਪੜ੍ਹਦਾ ਹੈ? ਮੰਮੀ ਦੇ ਥੱਪੜਾਂ ਅਤੇ ਪਾਪਾ ਦੀ ਡਾਂਟ ਦੇ ਬਚ ਜਾਈਏ, ਜਿੰਨਾ ਇੰਨਾ ਹੀ ਕਾਫੀ ਹੈ। ਸੋ ਇੱਥੇ ਸਾਫ਼ ਪਤਾ ਲੱਗਦਾ ਹੈ ਕਿ ਨਿੱਕੀ ਤੇ ਵਿੱਕੀ ਜਿਹੜੇ ਆ ਉਹ ਆਪਣੇ ਮਾਪਿਓ ਦੇ ਜਿਹੜਾ ਹੈਗਾ ਆ ਉਹ ਗੱਲਾਂ ਦੇ ਬੋਝ ਥੱਲੇ ਦੱਬੇ ਹੋਏ ਆ, ਡਰ ਤੋਂ ਪੜ੍ਹਦੇ ਆ। ਕਿਉਂ? ਕਿਉਂਕਿ ਜੇਕਰ ਉਹਨਾਂ ਨੇ ਪੜ੍ਹਾਈ ਨਾ ਕੀਤੀ ਤਾਂ ਮੰਮੀ ਤੋਂ ਥੱਪੜ ਪੈਣਗੇ, ਪਾਪਾ ਤੋਂ ਡਾਂਟ ਪਏਗੀ। ਇਸ ਕਰਕੇ ਜਿਹੜਾ ਆ ਉਹ ਇਹ ਸਾਰਾ ਕੁਝ ਡਰ ਕਰਕੇ ਕਰਦੇ ਪਏ ਆ। ਜੇਡੀ, ਤੇ ਬਾਈ ਦਾ ਵੇ ਤੁਹਾਡੇ ਮੰਮੀ ਪਾਪਾ ਨੂੰ ਪ੍ਰੋਬਲਮ ਕੀ ਹੈ? ਉਹ ਤੁਹਾਨੂੰ ਇੰਨਾ ਜ਼ਿਆਦਾ ਪੜ੍ਹਨ ਲਈ ਮਜਬੂਰ ਕਿਉਂ ਕਰਦੇ ਨੇ? ਨਿੱਕੀ, ਕਹਿੰਦੇ ਨੇ ਕਿ ਮੈਂ ਡਾਕਟਰ ਬਣਨਾ ਤੇ ਵਿੱਕੀ ਨੇ ਇੰਜੀਨੀਅਰ। ਡਾਕਟਰ ਇੰਜੀਨੀਅਰ ਤਾਂ ਹੀ ਬਣਾਂਗੇ ਨਾ ਜੇ ਉਦੋਂ ਤੱਕ ਜਿਉਂਦੇ ਬਚਾਂਗੇ। ਜੇਡੀ ਵੀਰੇ, ਮੈਨੂੰ ਤਾਂ ਲੱਗਦਾ ਕਿ ਜੇ ਮੈਨੂੰ ਇਉਂ ਹੀ ਪੜ੍ਹਨਾ ਪੈਂਦਾ ਰਿਹਾ ਨਾ ਤਾਂ ਜਿਹੜਾ ਹੈ ਨਾ ਮੇਰਾ ਤਾਂ ਉਹ ਹੀ ਰਾਮ ਸੱਤ ਹੋ ਜਾਣਾ। ਰਾਮ ਸੱਤ ਹੋ ਜਾਣਾ ਕਿ ਮਤਲਬ ਰੱਬ ਨੂੰ ਪਿਆਰੇ ਹੋ ਜਾਣਾ। ਪਰ ਮੰਮੀ ਪਾਪਾ ਉਹ ਤਾਂ ਬਸ ਇੱਕ ਹੀ ਗੱਲ ਜਾਣਦੇ ਨੇ, ਪੜ੍ਹੋ ਪੜ੍ਹੋ ਪੜ੍ਹੋ। ਸੋ ਇੱਥੇ ਜਿਹੜੀ ਆ ਨਿੱਕੀ ਕੀ ਦੱਸਦੀ ਆ ਕਿ ਉਹਨਾਂ ਨੂੰ ਇੰਨਾ ਪੜ੍ਹਨਾ ਕਿਉਂ ਪੈਂਦਾ ਆ? ਕਿਉਂਕਿ ਉਹਨਾਂ ਦੇ ਮਾਤਾ ਪਿਤਾ ਦੀਆਂ ਉਮੀਦਾਂ ਬਹੁਤ ਉੱਚੀਆਂ ਨੇ। ਉਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਦੇ ਬੱਚੇ ਕੀ ਚਾਹੁੰਦੇ ਨੇ। ਬਸ ਉਹਨਾਂ ਨੇ ਜਿਹੜੀ ਸੀ ਆਪਣੀ ਜੋ ਇੱਛਾ ਸੀ ਉਹ ਬੱਚਿਆਂ ਦੇ ਉੱਪਰ ਥੋਪ ਦਿੱਤੀ ਹੈ ਕਿ ਉਹ ਕੀ ਚਾਹੁੰਦੇ ਆ ਕਿ ਜਿਹੜਾ ਹੈ ਉਹਨਾਂ ਦੇ ਬੱਚੇ ਕੀ ਬਣਨ, ਡਾਕਟਰ ਤੇ ਇੰਜੀਨੀਅਰ ਬਣਨ। ਇਸ ਕਰਕੇ ਉਹਨਾਂ ਨੂੰ ਬਹੁਤ ਪੜ੍ਹਨਾ ਪੈਂਦਾ ਆ। ਪਰ ਜਿਹੜੀ ਨਿੱਕੀ ਹੈ ਉਹ ਕੀ ਕਹਿੰਦੀ ਹੈ ਕਿ ਉਹ ਤਾਂ ਡਾਕਟਰ ਤਾਂ ਹੀ ਬਣੇਗੀ ਨਾ ਜੇ ਉਦੋਂ ਤੱਕ ਜਿਉਂਦੀ ਰਹੇਗੀ, ਕਿਉਂਕਿ ਪੜ੍ਹਾਈ ਥੱਲੇ ਬੋਝ ਜਿਹੜਾ ਹੈ ਦੱਬ ਦੱਬ ਕੇ ਉਹਦੀ ਹਾਲਤ ਜਿਹੜੀ ਹੈ ਉਵੇਂ ਹੀ ਮਾੜੀ ਹੋਈ ਪਈ ਹੈ। ਵਿੱਕੀ, ਵੱਡੇ ਹੈ ਨਾ, ਕੌਣ ਸਮਝਾਵੇ ਇਹਨਾਂ ਨੂੰ? ਜੇਡੀ, ਬਈ ਆਪਾਂ ਨੂੰ ਤਾਂ ਕੋਈ ਬਹੁਤੀ ਬੰਦਿਸ਼ ਹੈ ਨਹੀਂ, ਪੜ੍ਹੋ ਪੜ੍ਹੋ, ਨਾ ਪੜ੍ਹੋ ਨਾ ਪੜ੍ਹੋ।
ਆਪਣਾ ਤਾਂ ਇੱਕ ਹੀ ਫਾਰਮੂਲਾ ਹੈ ਜ਼ਿੰਦਗੀ ਦਾ, ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਬੱਚਿਆਂ ਦੀ ਜਿਹੜੀ ਹੈ ਨਾ ਬੇਟਾ ਫਿਜ਼ੀਕਲ ਫਿਟਨੈਸ ਬਹੁਤ ਜ਼ਰੂਰੀ ਹੈ। ਮੰਨਦੇ ਆ ਕਿ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ, ਪਰ ਇੱਥੇ ਜਿਹੜੀ ਦੇ ਪੱਤਰ ਰਾਹੀਂ ਇੰਨਾ ਮੈਸੇਜ ਜ਼ਰੂਰ ਦੇ ਦਿੱਤਾ ਗਿਆ ਆ ਕਿ ਜਿੰਨਾ ਬੱਚਿਆਂ ਦੇ ਲਈ ਪੜ੍ਹਨਾ ਜ਼ਰੂਰੀ ਹੈ ਨਾ, ਮਾਨਸਿਕ ਜਿਹੜਾ ਹੈ ਤੌਰ 'ਤੇ ਉਹਦਾ ਹੈਲਦੀ ਹੋਣਾ, ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ, ਉਨਾ ਹੀ ਸਿਹਤ ਪੱਖੋਂ ਵੀ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਬੱਚੇ ਸਿਹਤਮੰਦ ਹੋਣਗੇ ਨਾ ਤਾਂ ਹੀ ਪੜ੍ਹਾਈ ਚੱਜ ਨਾਲ ਕਰਨਗੇ। ਇੱਕ ਦਿਨ ਉਹ ਆਪਣੇ ਮੈਥ ਵਾਲਾ ਖੰਨਾ ਸਰ ਆਪਣੇ ਪਿਤਾ ਸ਼੍ਰੀ ਨੂੰ ਮਿਲੇ ਤੇ ਕਿਤੇ ਬਾਜ਼ਾਰ ਵਿੱਚ। ਕਹਿੰਦੇ ਤੁਹਾਡਾ ਬੇਟਾ ਪੜ੍ਹਦਾ ਨਹੀਂ। ਡੈਡੀ ਕਹਿੰਦੇ ਬਈ ਸਰ ਜੀ ਪੜ੍ਹਿਆ ਤਾਂ ਉਹਦਾ ਪਿਓ ਨੇ, ਉਹ ਕਿੱਥੋਂ ਪੜ੍ਹ ਲਾ। ਆਪ ਹੀ ਉੱਚਾ ਹਾਸਾ ਹੱਸਦਾ ਹੈ। ਖੰਨਾ ਸਰ ਕਹਿੰਦੇ ਬਈ ਜੇ ਤੁਹਾਡਾ ਮੁੰਡਾ ਪੜ੍ਹਿਆ ਨਾ ਤਾਂ ਕਰੂਗਾ ਕੀ। ਡੈਡੀ ਕਹਿੰਦੇ ਆਪਾਂ ਉਹਨੂੰ ਪੋਲੀਟਿਕਸ ਵਿੱਚ ਪਾ ਦਾਂਗੇ, ਲੀਡਰ ਬਣਨ ਵਾਸਤੇ ਤਾਂ ਅਨਪੜ੍ਹ ਬੰਦੇ ਬਾਲੇ ਹੀ ਫਿੱਟ ਹੁੰਦੇ ਆ। ਹਾ ਹਾ ਹਾ। ਸੋ ਇੱਥੇ ਜਿਹੜਾ ਹੈ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਸਾਡੀ ਰਾਜਨੀਤੀ ਹੈ ਉਹਦੇ ਉੱਪਰ ਇੱਕ ਚੰਗਾ ਵਿਅੰਗ ਕੱਸਦਾ ਆ ਕਿ ਅੱਜ ਕੱਲ੍ਹ ਜਿਹੜੀ ਸਾਡੀ ਰਾਜਨੀਤੀ ਹੈ ਉਹਦੇ ਵਿੱਚ ਕਿਹੋ ਜਿਹੇ ਨੇਤਾ ਲੋਕ ਪ੍ਰਧਾਨ ਨੇ, ਅਨਪੜ੍ਹ, ਪੜ੍ਹਾਈ ਦੀ ਕੋਈ ਲੋੜ ਨਹੀਂ ਹੈ, ਬਸ ਹੱਥ ਦੇ ਵਿੱਚ ਪੈਸਾ ਹੋਵੇ, ਕੁਰਸੀ ਮਿਲ ਜਾਵੇ ਤਾਂ ਫਿਰ ਜਿਹੜੀਆਂ ਵੇਲੀਆਂ ਬੈਠ ਕੇ ਐਸ਼ਾਂ ਹੀ ਹੁੰਦੀਆਂ ਨੇ। ਸੋ ਇੱਥੇ ਜਿਹੜਾ ਹੈ ਸਾਫ਼ ਪਤਾ ਲੱਗਦਾ ਹੈ ਕਿ ਵੇਲੇ ਜਿੰਨੇ ਵੀ ਹੈ ਨਾ ਅਨਪੜ੍ਹ, ਉਹ ਸਾਡੇ ਦੇਸ਼ ਦੀ ਗੱਦੀ ਸਾਂਭ ਕੇ ਬੈਠੇ ਹੋਏ ਨੇ। ਨਿੱਕੀ ਪਰ ਠੀਕ ਤਾਂ ਇਹ ਵੀ ਨਹੀਂ ਨਾ, ਪੜ੍ਹਨਾ ਤਾਂ ਚਾਹੀਦਾ ਹੈ ਨਾ, ਪੜ੍ਹ ਲਿਖ ਕੇ ਹੀ ਤਾਂ ਬੰਦੇ ਨੂੰ ਅਕਲ ਆਉਂਦੀ ਹੈ ਜਿਹੜੀ, ਤੇ ਅੱਖਾਂ ਤੇ ਐਨਕਾਂ ਵੀ ਲੱਗ ਜਾਂਦੀਆਂ ਨੇ। ਵਿੱਕੀ ਤੂੰ ਫਿਰ ਮੇਰੀਆਂ ਐਨਕਾਂ ਤੇ ਕਮੈਂਟ ਕੀਤਾ, ਠਹਿਰ ਜਾ। ਉਸਦੇ ਪਿੱਛੇ ਦੌੜਦਾ ਹੈ। ਭੱਜਾ ਠੱਠੀ ਤੋਂ ਬਾਅਦ ਦੋਹੇ ਹੱਸਦੇ ਹੋਏ ਨਿੱਕੀ ਕੋਲ ਆ ਬਹਿੰਦੇ ਹਨ। ਨਿੱਕੀ ਤੇਰੇ ਨਾਲ ਤਾਂ ਗੱਲ ਕਰਨਾ ਹੀ ਫਿਜ਼ੂਲ ਹੈ, ਤੈਨੂੰ ਆਉਂਦੀਆਂ ਗੱਲਾਂ। ਤੇਰੇ ਮੰਮੀ ਪਾਪਾ ਜੋ ਕੁਝ ਨਹੀਂ ਕਹਿੰਦੇ ਨਾ, ਪਰ ਸਾਡਾ ਹਾਲ ਦੇਖ, ਸਵੇਰ ਤੋਂ ਸ਼ਾਮ ਤੱਕ ਪੜ੍ਹਨਾ ਪੈਂਦਾ ਆ, ਸਿਰ ਦੁਖਣ ਲੱਗ ਪੈਂਦਾ ਆ। ਜਿਹੜੀ ਉਹ ਬਈ ਡਾਕਟਰ ਬਣਨ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਨਿੱਕੀ ਕੌਣ ਬਣਨਾ ਚਾਹੁੰਦਾ ਹੈ ਡਾਕਟਰ। ਉਦਾਸ ਹੋ ਕੇ ਬਾਰੀ ਕੋਲ ਆਉਂਦੀ ਹੈ। ਮੈਂ ਨਹੀਂ ਬਣਨਾ ਚਾਹੁੰਦੀ ਡਾਕਟਰ। ਸੋ ਇੱਥੇ ਬੇਟਾ ਜਿਹੜੀ ਨਿੱਕੀ ਹੈ ਨਾ ਉਹਦੀ ਸਾਫ਼ ਦਿਲੀ ਇੱਛਾ ਦਾ ਬਿਆਨ ਕੀਤਾ ਗਿਆ ਹੈ ਕਿ ਅਸਲ ਮਾਇਨੇ ਦੇ ਵਿੱਚ ਜਿਹੜੀ ਨਿੱਕੀ ਹੈ ਉਹ ਡਾਕਟਰ ਨਹੀਂ ਬਣਨਾ ਚਾਹੁੰਦੀ। ਇਹ ਮਹਿਜ਼ ਜਿਹੜਾ ਹੈ ਉਹਦੇ ਮਾਪਿਆਂ ਦੀ ਇੱਛਾ ਹੈ, ਉਹ ਚਾਹੁੰਦੇ ਆ ਕਿ ਉਹਨਾਂ ਦੀ ਕੁੜੀ ਡਾਕਟਰ ਬਣੇ, ਪਰ ਨਿੱਕੀ ਜਿਹੜੀ ਹੈ ਉਹਦੀ ਬਿਲਕੁਲ ਵੀ ਡਾਕਟਰ ਬਣਨ ਦੀ ਇੱਛਾ ਨਹੀਂ ਹੈ। ਨਿੱਕੀ ਕੀ ਚਾਹੁੰਦੀ ਹੈ, ਬਾਰੀ ਖੋਲ੍ਹਦੀ ਹੈ। ਬਾਹਰ ਛੋਟੇ ਜਿਹੇ ਘਰੇਲੂ ਬਗੀਚੇ ਦਾ ਸੁੰਦਰ ਦ੍ਰਿਸ਼ ਹੈ। ਸੋ ਖਿੜਕੀ ਖੋਲ੍ਹ ਕੇ ਉਹ ਕੁਦਰਤ ਦਾ ਜਿਹੜਾ ਹੈ ਆਨੰਦ ਲੈਂਦੀ ਹੋਈ, ਬਗੀਚੇ ਵੱਲ ਦੇਖਦੀ ਹੋਈ ਇੱਕ ਉੱਡਦੀ ਤਿੱਤਲੀ ਨੂੰ ਹਸਰਤ ਦੇ ਨਾਲ, ਹਸਰਤ ਹੁੰਦਾ ਆ ਇੱਛਾ ਭਰੀ ਐਨ ਜਦੋਂ ਤੁਹਾਡੀ ਨਾ ਮਤਲਬ ਅੱਖਾਂ ਦੇ ਵਿੱਚ ਇੱਕ ਉਮੀਦ ਜਾਗਦੀ ਹੈ, ਹਸਰਤ ਨਾਲ ਵੇਖਦੇ ਹੋਏ ਮੈਂ ਤਾਂ ਬਣਨਾ ਚਾਹੁੰਦੀ ਹਾਂ ਤਿੱਤਲੀ। ਸੋ ਜਿਹੜੀ ਨਿੱਕੀ ਹੈ ਉਹ ਕੋਈ ਡਾਕਟਰ ਨਹੀਂ ਬਣਨਾ ਚਾਹੁੰਦੀ, ਉਹ ਤਾਂ ਖੁੱਲ੍ਹੇ ਆਕਾਸ਼ ਦੇ ਵਿੱਚ ਅਲੱਗ-ਅਲੱਗ ਫੁੱਲਾਂ ਦੇ ਉੱਪਰ ਉੱਡਣ ਵਾਲੀ ਰੰਗ ਬਰੰਗੀ ਤਿੱਤਲੀ ਬਣਨਾ ਚਾਹੁੰਦੀ ਹੈ। ਅਰਥਾਤ ਉਹ ਇਸ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾ ਕੇ ਆਜ਼ਾਦੀ ਵਾਲਾ ਜੀਵਨ ਜਿਹੜਾ ਹੈ ਉਹ ਜਿਉਣਾ ਚਾਹੁੰਦੀ ਹੈ। ਸੁੰਦਰ ਬਾਗਾਂ ਵਿੱਚ ਉੱਡਣਾ ਚਾਹੁੰਦੀ ਹਾਂ, ਖੇਡਣਾ ਚਾਹੁੰਦੀ ਹਾਂ, ਸੋਹਣੇ ਸੋਹਣੇ ਫੁੱਲਾਂ ਨਾਲ ਰੰਗ ਹੋਣ ਚਾਰੇ ਪਾਸੇ ਸੋਹਣੇ ਸੋਹਣੇ, ਪਰ ਇੱਥੇ ਤਾਂ ਹੈ ਚਾਰੇ ਪਾਸੇ ਭੈੜੀਆਂ ਭੈੜੀਆਂ ਕਿਤਾਬਾਂ ਦੀ ਭੀੜ, ਬੋਰਿੰਗ, ਇੱਕ ਤੋਂ ਵੱਧ ਇੱਕ ਬੋਰਿੰਗ। ਸੱਚੀ ਜਿਹੜੀ ਵੀਰੇ ਮੇਰਾ ਤਾਂ ਰੋਣ ਨੂੰ ਜੀ ਕਰਦਾ ਹੈ ਕਦੇ ਕਦੇ। ਹੁਣ ਤੂੰ ਹੀ ਕੁਝ ਕਰ ਨਾ ਦੱਸ, ਕੋਈ ਅਜਿਹਾ ਆਈਡੀਆ ਕਿ ਸਾਨੂੰ ਇੰਨਾ ਪੜ੍ਹਨਾ ਨਾ ਪਵੇ। ਸੋ ਜਿਹੜੀ ਨਿੱਕੀ ਹੈ ਉਹ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਚਾਹੁੰਦੀ ਹੈ, ਉਹ ਡਾਕਟਰ ਨਹੀਂ ਬਣਨਾ ਚਾਹੁੰਦੀ, ਉਹ ਖੁੱਲ੍ਹਾ ਆਜ਼ਾਦੀ ਭਰਿਆ ਜੀਵਨ ਜਿਹੜਾ ਹੈ ਜੀਣਾ ਚਾਹੁੰਦੀ ਹੈ, ਕੁਦਰਤ ਨੂੰ ਰੱਜ ਕੇ ਜਿਉਣਾ ਚਾਹੁੰਦੀ ਹੈ। ਪਰ ਵਿਚਾਰੀ ਪਰੇਸ਼ਾਨ ਇਸ ਗੱਲੋਂ ਹੈ ਕਿ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਭਾਰੀਆਂ ਭਾਰੀਆਂ ਕਿਤਾਬਾਂ ਦੇ ਬੋਝ, ਉਹ ਵੀ ਜਿਹੜੀਆਂ ਬਿਲਕੁਲ ਬੋਰਿੰਗ ਹੈ, ਉਹਨਾਂ ਦੇ ਬੋਝ ਥੱਲੇ ਜਿਹੜੀਆਂ ਆ ਉਹਦੀ ਜ਼ਿੰਦਗੀ ਦੱਬੀ ਪਈ ਹੈ। ਆਈਡੀਆ ਜਿਹੜੀ ਕੀ ਕਹਿੰਦਾ, ਆਈਡੀਆ ਤਾਂ ਮਿਲ ਜੂਗਾ, ਪਰ ਉਸਦੇ ਲਈ ਮੈਨੂੰ ਸੋਚਣਾ ਪਏਗਾ, ਤੇ ਜੇ ਮੈਨੂੰ ਸੋਚਣਾ ਪਊਗਾ ਤਾਂ ਮੈਨੂੰ ਲੱਗੂਗੀ ਭੁੱਖ, ਤੇ ਜੇ ਮੈਨੂੰ ਲੱਗੂਗੀ ਭੁੱਖ ਤਾਂ ਮੈਨੂੰ ਕੁਝ ਖਾਣਾ ਪਊਗਾ। ਸੋ ਪਹਿਲੇ ਹਮ ਕੁਛ ਖਾਏਂਗੇ। ਜੇਬ ਵਿੱਚੋਂ ਚਾਕਲੇਟ ਕੱਢ ਕੇ ਖਾਂਦਾ ਹੈ। ਦੋਹੇ ਉਸ ਵੱਲ ਵੇਖਦੇ ਰਹਿੰਦੇ ਹਨ, ਪਰ ਉਹ ਪੁੱਛਣ ਦੀ ਫਾਰਮੈਲਿਟੀ ਵੀ ਨਹੀਂ ਕਰਦਾ। ਖਾ ਕੇ ਤਾਂ ਸਮੱਸਿਆ ਚਾਕਲੇਟ ਦੀ ਹੈ। ਦੋਹੇ ਇਕੱਠੇ ਚਾਕਲੇਟ ਦੀ ਨਹੀਂ, ਬਸਤੇ ਦੀ ਹੈ। ਜਿਹੜੀ ਦੇਖੋ ਬੱਚਿਓ, ਮੈਂ ਤੁਹਾਡੇ ਕੇਸ ਬਾਰੇ ਸੋਚਿਆ ਹੈ, ਬੜਾ ਜ਼ੋਰ ਲਾ ਕੇ ਸੋਚਿਆ ਤੇ ਸੋਚ ਕੇ ਨਤੀਜੇ ਤੇ ਪਹੁੰਚੇ ਹਾਂ ਕਿ ਇਸ ਲਈ ਹਾਲੇ ਹੋਰ ਸੋਚਣਾ ਪਏਗਾ, ਰਲ ਕੇ ਸੋਚਣਾ ਪਏਗਾ, ਕਿਉਂਕਿ ਇਹ ਸਮੱਸਿਆ ਇੱਕ ਨਿੱਕੀ ਤੇ ਵਿੱਕੀ ਦੀ ਨਹੀਂ ਬਲਕਿ ਸਾਰੇ ਸ਼ਹਿਰ ਦੇ
ਬੱਚਿਆਂ ਦੀ ਹੈ, ਸਾਡੇ ਪ੍ਰਾਂਤ ਦੇ ਬੱਚਿਆਂ ਦੀ ਹੈ, ਸਾਰੇ ਦੇਸ਼ ਦੇ ਬੱਚਿਆਂ ਦੀ ਹੈ। ਇਸ ਲਈ ਸਾਨੂੰ ਸਾਰੇ ਦੇਸ਼ ਦੇ ਬੱਚਿਆਂ ਨੂੰ ਇਕੱਠੇ ਹੋ ਕੇ ਇਸ ਸਮੱਸਿਆ ਬਾਰੇ ਸੋਚਣਾ ਪਏਗਾ। ਸੋ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਸਮੱਸਿਆ ਹੈ ਉਹ ਸਿਰਫ ਇੱਕ ਬੱਚੇ ਦੀ ਨਹੀਂ ਹੈ, ਕੋਈ ਨਿੱਕੀ ਵਿੱਕੀ ਦੀ ਸਮੱਸਿਆ ਨਹੀਂ ਹੈ। ਇਹ ਸਮੱਸਿਆ ਪੂਰੇ ਦੇਸ਼ ਦੇ ਬੱਚਿਆਂ ਦੀ ਹੈ, ਕਿਉਂਕਿ ਜਿਹੜੇ ਆ ਸਾਰੇ ਦੇਸ਼ ਦੇ ਬੱਚੇ ਇਸ ਸਮੱਸਿਆ ਦੇ ਨਾਲ ਜੂਝ ਰਹੇ ਆ ਕਿ ਉਹਨਾਂ ਦੇ ਉੱਪਰ ਜਿਹੜਾ ਹੈ ਪੜ੍ਹਾਈ ਦਾ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ। ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਿਆ ਨਹੀਂ ਜਾ ਰਿਹਾ, ਉਹ ਕੀ ਚਾਹੁੰਦੇ ਆ ਇਸ ਚੀਜ਼ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿਰਫ ਜਿਹੜਾ ਹੈ ਮਾਪਿਓ ਕੀ ਚਾਹੁੰਦੇ ਆ ਉਹੀ ਜਿਹੜੀ ਚੀਜ਼ ਹੈ ਉਹ ਸਾਹਮਣੇ ਲਿਆਂਦੀ ਜਾ ਰਹੀ ਆ। ਨਿੱਕੀ ਮੱਥੇ ਤੇ ਹੱਥ ਮਾਰਦੀ, ਯਾਨੀ ਕਿ ਹੁਣ ਸਾਨੂੰ ਸਾਰੇ ਦੇਸ਼ ਦੇ ਬੱਚੇ ਇਕੱਠੇ ਕਰਨੇ ਪੈਣਗੇ। ਜਿਹੜੀ ਉਹ ਬਈ ਉਹ ਗੱਲ ਤਾਂ ਮੈਂ ਇੰਪ੍ਰੈਸ਼ਨ ਪਾਉਣ ਲਈ ਕਹੀ ਸੀ। ਫਿਲਹਾਲ ਅਸੀਂ ਆਪਣੇ ਮੁਹੱਲੇ ਦੇ ਬੱਚੇ ਇਕੱਠੇ ਕਰਕੇ ਆਪਣੀ ਇਸ ਸਮੱਸਿਆ ਦਾ ਹੱਲ ਸੋਚ ਸਕਦੇ ਹਾਂ। ਬਾਈ ਦਾ ਵੇ ਮੰਮੀ ਪਾਪਾ ਕਿਤੇ ਗਏ ਹੋਏ ਨੇ। ਨਿੱਕੀ ਹਾਂ, ਉਹ ਸ਼ਰਮਾ ਅੰਕਲ ਦੇ ਘਰ ਗਏ ਹੋਏ ਨੇ, 2 ਘੰਟਿਆਂ ਨੂੰ ਮੁੜਨਗੇ। ਜਿਹੜੀ ਫਿਰ ਤਾਂ ਬਣ ਗਈ ਗੱਲ, ਆਪਾਂ ਹੁਣੇ ਸਾਰੇ ਮੁਹੱਲੇ ਦੇ ਬੱਚੇ ਇੱਥੇ ਇਕੱਠੇ ਕਰਾਂਗੇ ਤੇ ਮੀਟਿੰਗ ਕਰਾਂਗੇ ਕਿ ਕਿਵੇਂ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਵਿੱਕੀ ਪਰ ਜੇ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਤਾਂ ਫਿਰ। ਜਿਹੜੀ ਓਹੋ, ਇੱਕ ਤਾਂ ਤੈਨੂੰ ਇਹ ਨਹੀਂ ਸਮਝ ਲੱਗਦੀ ਕਿ ਪੜ੍ਹ ਲਿਖ ਕੇ ਬੰਦਾ ਇੰਨਾ ਡਰਪੋਕ ਕਿਉਂ ਹੋ ਜਾਂਦਾ ਹੈ। ਉਹ ਕਾਕਾ ਜੀ, ਮਹਾਨ ਕੰਮ ਕਰਨ ਲਈ ਖਤਰਿਆਂ ਦੇ ਨਾਲ ਖੇਡਣਾ ਹੀ ਪੈਂਦਾ ਹੈ। ਨਿੱਕੀ ਪਰ ਮੇਰਾ ਹੋਮਵਰਕ। ਜਿਹੜੀ ਬਸ ਆਹ ਹੀ ਸ਼ਿਕਾਇਤ ਹੈ ਮੈਨੂੰ ਇਸ ਦੇਸ਼ ਦੀਆਂ ਜਨਾਨੀਆਂ ਤੋਂ, ਹਮੇਸ਼ਾ ਆਪਣੀਆਂ ਸੋਚਦੀਆਂ ਨੇ। ਉਹ ਗੁੱਡੀ ਜਰਾ ਸਿਆਣੇ ਹੋ ਕੇ ਸੋਚੋ। ਜੇ ਸਾਡੀ ਇਸ ਮੀਟਿੰਗ ਸਫਲ ਹੋ ਗਈ ਤਾਂ ਦੇਸ਼ ਦੇ ਕਿੰਨੇ ਬੱਚੇ ਇਸ ਬਸਤੇ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਸੁੱਖ ਦਾ ਸਾਹ ਲੈਣਗੇ। ਜਰਾ ਮੈਨੂੰ ਵੇਖੋ, ਮੈਨੂੰ ਤਾਂ ਪੜ੍ਹਨ ਦੀ ਕੋਈ ਪ੍ਰੋਬਲਮ ਵੀ ਨਹੀਂ, ਜੇਬ ਵਿੱਚ ਚਾਕਲੇਟ, ਸਿਰ ਤੇ ਯੰਕੀ ਹੈਟ, ਖੇਡਣ ਲਈ ਛੁੱਟੀ ਤੇ ਹੱਥ ਵਿੱਚ ਮੇਰੇ ਨਵਾਂ ਪੈਡ। ਪਰ ਛੱਡ ਕੇ ਸਾਰਾ ਕੁਝ ਮੈਂ ਤੁਹਾਡੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਜਰਾ ਮੇਰੀ ਕੁਰਬਾਨੀ ਦੇਖੋ। ਤੇ ਇਹ ਨਿੱਕੀ ਜੀ, ਇਹ ਆਪਣੀ ਸਮੱਸਿਆ ਲਈ ਹੀ ਕੁਝ ਕਰਨ ਲਈ ਤਿਆਰ ਨਹੀਂ, ਤੇ ਇਹ ਵਿੱਕੀ ਜੀ ਇਹ ਡਰਦੇ ਨੇ। ਸੋ ਇੱਥੇ ਜਿਹੜੇ ਆ ਜੇਡੀ ਨੂੰ ਆਧਾਰ ਬਣਾਇਆ ਗਿਆ ਆ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ, ਔਰ ਇਹਦੇ ਲਈ ਉਹ ਫੈਸਲਾ ਕੀ ਲੈਂਦਾ ਆ ਕਿ ਇਹਦੇ ਲਈ ਉਹਨਾਂ ਨੂੰ ਆਪਣੇ ਸਾਰੇ ਜਿਹੜੇ ਆ ਮੁਹੱਲੇ ਦੇ ਬੱਚੇ ਇਕੱਠੇ ਕਰਨੇ ਪੈਣਗੇ ਤੇ ਇਸ ਸਮੱਸਿਆ ਦਾ ਹੱਲ ਲੱਭਣਾ ਪਏਗਾ। ਪਰ ਇੱਕ ਪਾਸੇ ਜਿਹੜੇ ਨਿੱਕੀ ਤੇ ਵਿੱਕੀ ਆ ਉਹ ਡਰਦੇ ਵੀ ਪਏ ਆ ਕਿ ਜੇਕਰ ਉਹਨਾਂ ਦਾ ਹੋਮਵਰਕ ਨਾ ਹੋਇਆ ਤਾਂ ਫਿਰ ਉਹਨਾਂ ਨੂੰ ਜਿਹੜੀਆਂ ਆ ਉਹ ਮੰਮੀ ਪਾਪਾ ਤੋਂ ਗਾਲਾਂ ਪੈਣਗੀਆਂ। ਵਿੱਕੀ ਨਹੀਂ ਨਹੀਂ, ਡਰਦਾ ਕੌਣ ਹੈ। ਜਿਹੜੀ ਤਾਂ ਫਿਰ ਉੱਠੋ, ਆਪਾਂ ਰਲ ਕੇ ਆਪਣੇ ਮੰਮੀਆਂ ਡੈਡੀਆਂ ਤੇ ਟੀਚਰਾਂ ਦੀ ਬਸਤਾਵਾਦੀ ਨੀਤੀ ਦੇ ਖਿਲਾਫ ਸੰਘਰਸ਼ ਦਾ ਐਲਾਨ ਕਰੀਏ ਤੇ ਅੱਗੇ ਵੱਧ ਕੇ ਆਪਣੇ ਗਲੋਂ ਇਹਨਾਂ ਭਾਰੇ ਭਾਰੇ ਬਸਤਿਆਂ ਦੀਆਂ ਤਣੀਆਂ ਦੇ ਫੰਦੇ ਲਾ ਸੁੱਟੀਏ। ਸੋ ਸਾਰਾ ਦਿਨ ਜਿਹੜੇ ਬਸਤੇ ਆ ਉਹ ਆਪਣੇ ਮੋਢਿਆਂ ਤੇ ਲਟਕਾ ਕੇ ਜਿਹੜਾ ਤੁਰੇ ਫਿਰਦੇ ਆ, ਉਹ ਜਿਹੜੀ ਬਸਤਿਆਂ ਦਾ ਬੋਝ ਹੈ ਉਹਨਾਂ ਨੂੰ ਲਾਇਆ ਜਾਵੇ, ਖ਼ਤਮ ਕੀਤਾ ਜਾਵੇ। ਤੇ ਜਿਹੜੀ ਉਹਨਾਂ ਦੇ ਮਾਪਿਓ ਦੀ ਬਸਤਾਵਾਦੀ ਨੀਤੀ ਆ ਕਿ ਬੱਚੇ ਜਿਹੜੇ ਆ ਉਹ ਸਾਰਾ ਦਿਨ ਬਸਤਿਆਂ ਦੇ ਵਿੱਚ ਹੀ ਉਲਝੇ ਰਹਿਣ, ਉਸ ਤੋਂ ਛੁਟਕਾਰਾ ਪਾਉਣ ਦੇ ਲਈ ਜਿਹੜਾ ਹੈ ਇੱਕ ਸੰਘਰਸ਼ ਸ਼ੁਰੂ ਕੀਤਾ ਜਾਵੇ। ਫੌਜੀ ਬਿਗੁਲ ਵੱਜਦਾ ਹੈ, ਜਿੱਦਾਂ ਬੇਟੇ ਜੰਗ ਦਾ ਮੈਦਾਨ ਹੁੰਦਾ ਨਾ, ਉਸ ਤੋਂ ਪਹਿਲਾਂ ਫੌਜੀ ਬਿਗੁਲ ਹੁੰਦਾ ਆ, ਜੰਗ ਦੀ ਜਿਹੜੀ ਆ ਘੋਸ਼ਣਾ ਹੁੰਦੀ ਆ, ਐਲਾਨ ਹੁੰਦਾ ਹੈ, ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਵੀ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰਦੇ ਆ। ਜੋਸ਼ ਵਿੱਚ ਭਰ ਕੇ ਨਿੱਕੀ ਵਿੱਕੀ ਉੱਠਦੇ ਹਨ ਤੇ ਜੇਡੀ ਦੇ ਹੱਥ ਤੇ ਆਪਣੇ ਹੱਥ ਰੱਖਦੇ ਹਨ, ਮਤਲਬ ਹੱਥ ਮਿਲਾਉਂਦੇ ਆ। ਹੁਣ ਕਈ ਦਿਸ਼ਾਵਾਂ ਤੋਂ ਨਿੱਕੇ ਵੱਡੇ ਬੱਚੇ ਹੱਥਾਂ ਵਿੱਚ ਮੋਟੋ, ਜਿਨ੍ਹਾਂ ਤੇ ਬਸਤਾਵਾਦ ਹਾਏ ਹਾਏ, ਮੋਟੋ ਹੁੰਦਾ ਲੋਗੋ, ਜਿੱਦਾਂ ਅਸੀਂ ਹੱਥ ਦੇ ਵਿੱਚ ਆਪਣੇ ਬਣਾ ਕੇ ਵੱਡੇ ਵੱਡੇ ਪੋਸਟਰ ਜੇ ਨਹੀਂ ਲੈ ਕੇ ਤੁਰਦੇ ਹੈਗੇ ਵੀ ਸਾਡੀਆਂ ਮੰਗਾਂ ਪੂਰੀਆਂ ਕਰੋ, ਉਸੇ ਤਰ੍ਹਾਂ ਬੱਚੇ ਵੀ ਜਿਹੜੇ ਆ ਉਹਨਾਂ ਨੇ ਮੋਟੋ ਬਣਾ ਲਿਆ ਜਿੱਤੇ ਕੀ ਲਿਖਿਆ ਹੋਇਆ ਆ, ਬਸਤਾਵਾਦ ਹਾਏ ਹਾਏ। ਖੇਡਣ ਲਈ ਟਾਈਮ ਦਿਓ ਵਰਗੇ ਨਾਅਰੇ ਲਿਖੇ ਹਨ। ਚੁੱਕੀ ਪਰੇਡ ਦੇ ਰੂਪ ਵਿੱਚ ਪ੍ਰਵੇਸ਼ ਕਰਦੇ ਹਾਂ। ਜਿਹੜੀ ਵਿੱਕੀ ਹੱਥ ਵਿੱਚ ਖਿਡੌਣਾ ਹਥਿਆਰ ਫੜੀ ਨਿੱਕੀ ਦੇ ਬਾਡੀਗਾਰਡ ਬਣੇ ਹਨ, ਜਦੋਂ ਕਿ ਨਿੱਕੀ ਸੈਲੂਟ ਦੀ ਮੁਦਰਾ ਵਿੱਚ ਖੜੀ ਹੈ। ਕੁੱਲ ਮਿਲਾ ਕੇ ਦ੍ਰਿਸ਼ ਇੱਕ ਵੱਡੀ ਜੰਗੀ ਕਾਨਫਰੰਸ ਵਰਗਾ ਹੈ। ਬੱਚੇ ਦਰਸ਼ਕਾਂ ਦੇ ਰੂਪ ਵਿੱਚ ਬੈਠਦੇ ਹਨ ਤੇ ਜਿਹੜੀ ਉਹਨਾਂ ਨੂੰ ਸੰਬੋਧਨ ਕਰਦਾ ਹੈ। ਜਿਹੜੀ ਪੂਰੇ ਜੋਸ਼ ਨਾਲ, ਕਹਿਣਾ ਤਾਂ ਨਹੀਂ ਚਾਹੀਦਾ, ਪਰ ਜੇ ਨਾ ਕਿਹਾ ਤਾਂ ਕਿਹਾ ਜਾਏਗਾ ਕਿ ਅਸੀਂ ਕਿਹਾ ਨਹੀਂ, ਕਿਉਂਕਿ ਕਹੋ ਨਾ ਕਹੋ ਕਹਿਣ ਵਾਲੇ ਤਾਂ ਕਹਿੰਦੇ ਹੀ ਰਹਿੰਦੇ ਨੇ ਕਿ ਇਹ ਕਿਹਾ, ਉਹ ਨਹੀਂ ਕਿਹਾ, ਉਹ ਕਿਹਾ, ਇਹ ਨਹੀਂ ਕਿਹਾ। ਪਰ ਜਿਸ ਨੇ ਨਹੀਂ ਕਹਿਣਾ ਉਹ ਭਲਾ ਕਿਉਂ ਕਹੇਗਾ ਕਿ ਇਹ ਕੋਈ ਨਹੀਂ ਕਹਿੰਦਾ ਕਿ ਸਾਡੀ ਬੱਚਿਆਂ ਦੀ ਜ਼ਿੰਦਗੀ ਇਹਨਾਂ ਭਾਰੀ ਭਾਰੀ ਬਸਤਿਆਂ ਦੇ ਕਾਰਨ ਕਿੱਡੀ ਔਖੀ ਹੋ ਚੁੱਕੀ ਹੈ।
ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਪੜ੍ਹਨਾ ਪੈਂਦਾ ਹੈ। ਨਾ ਸਾਨੂੰ ਖੇਡਣ ਲਈ ਟਾਈਮ ਦਿੱਤਾ ਜਾਂਦਾ ਹੈ ਤੇ ਨਾ ਹੀ ਮਨੋਰੰਜਨ ਕਰਨ ਲਈ। ਸਾਰੇ ਬੱਚੇ ਜਿਹੜਾ ਹੈ ਸ਼ੇਮ ਦਾ ਸ਼ੋਰ ਮਚਾਉਂਦੇ ਹਨ। ਤੇ ਜੇ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਨਲਾਇਕ ਕਿਹਾ ਜਾਂਦਾ ਹੈ, ਥੱਪੜ ਮਾਰੇ ਜਾਂਦੇ ਹਨ ਤੇ ਜੇਬ ਖਰਚ ਵੀ ਬੰਦ ਕਰ ਦਿੱਤਾ ਜਾਂਦਾ ਹੈ। ਸੋ ਇੱਥੇ ਜਿਹੜਾ ਹੈ ਬੱਚੇ ਆਪਣਾ ਅਸਲੀਅਤ ਬਿਆਨ ਕਰਦੇ ਆ ਕਿ ਜੇਕਰ ਬੱਚੇ ਆਪਣਾ ਹੋਮਵਰਕ ਨਹੀਂ ਕਰਦੇ, ਪੜ੍ਹਾਈ ਨਹੀਂ ਕਰਦੇ, ਮਾਪਿਓ ਦਾ ਕਹਿਣਾ ਨਹੀਂ ਮੰਨਦੇ ਤਾਂ ਉਹਨਾਂ ਦੀ ਕੀ ਹਾਲਤ ਬਣਾਈ ਜਾਂਦੀ ਹੈ। ਅਜਿਹਾ ਕਰਨ ਵਾਲਿਆਂ ਨੂੰ ਜਿਹੜਾ ਹੈ ਬੱਚਿਆਂ ਨੂੰ ਕਿਹਦਾ ਦਰਜਾ ਦੇ ਦਿੱਤਾ ਜਾਂਦਾ ਹੈ? ਨਲਾਇਕ ਦਾ ਦਰਜਾ ਦੇ ਦਿੱਤਾ ਜਾਂਦਾ ਆ। ਔਰ ਉਹਨਾਂ ਦੇ ਜਿਹੜੀ ਆ ਮਾਰ ਵੀ ਪੈਂਦੀ ਆ, ਥੱਪੜ ਮਾਰੇ ਜਾਂਦੇ ਆ ਔਰ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਪਾਕਟ ਮਨੀ ਹੈ ਨਾ, ਜੇਬ ਖਰਚ ਬੰਦ ਕਰ ਦਿੱਤਾ ਜਾਂਦਾ ਆ। ਇਹ ਕਿਹਾ ਜਾਂਦਾ ਕਿ ਅੱਜ ਤੋਂ ਤੇਰੀ ਜਿਹੜੀ ਹੈ ਜੇਬ ਖਰਚ ਬੰਦ, ਜਦੋਂ ਤੱਕ ਤੂੰ ਪੜ੍ਹਾਈ ਨਹੀਂ ਕਰੇਗਾ ਉਦੋਂ ਤੱਕ ਤੈਨੂੰ ਖਰਚਣ ਲਈ ਕੋਈ ਵੀ ਪੈਸਾ ਨਹੀਂ ਮਿਲੇਗਾ। ਫਿਰ ਬੱਚੇ ਸ਼ੇਮ ਦਾ ਸ਼ੋਰ ਮਚਾਉਂਦੇ ਹਨ। ਪਰ ਹੁਣ ਅਸੀਂ ਇਹ ਜ਼ਾਲਿਮ ਸਮਾਜ ਦੀ ਧੱਕੇਸ਼ਾਹੀ ਹੋਰ ਬਰਦਾਸ਼ਤ ਨਹੀਂ ਕਰਾਂਗੇ। ਸਾਰੇ ਬੱਚੇ ਨਹੀਂ ਕਰਾਂਗੇ ਤਾਂ ਸ਼ੋਰ ਮਚਾਉਂਦੇ ਹਨ। ਇੱਕ ਬੱਚਾ, ਪਰ ਇਸ ਲਈ ਅਸੀਂ ਕਰ ਕੀ ਸਕਦੇ ਹਾਂ? ਜਿਹੜੀ ਕਰ ਕੀ ਸਕਦੇ ਹਾਂ? ਓਏ ਮੈਂ ਇਹ ਪੁੱਛੋ ਕਿ ਅਸੀਂ ਕਰ ਕੀ ਨਹੀਂ ਸਕਦੇ। ਇਸ ਲਈ ਅਸੀਂ ਸਿਰ ਖੁਰਕਦਾ ਹੈ। ਅਸੀਂ ਇਹ ਤੁਹਾਨੂੰ ਨਿੱਕੀ ਜੀ ਦੱਸਣਗੇ। ਮੰਚ ਤੇ ਆ ਰਹੇ ਨੇ ਸਮਾਜ ਦੀਆਂ ਬਸਤੇਵਾਦੀ ਨੀਤੀਆਂ ਦੇ ਮਹਾਨ ਵਿਰੋਧੀ ਆਗੂ ਨਿੱਕੀ ਜੀ। ਸੋ ਇੱਥੇ ਜਿਹੜੀ ਹੈ ਨਿੱਕੀ ਨੂੰ ਉਹਨਾਂ ਦੀ ਕਾਨਫਰੰਸ ਦਾ ਮੋਢੀ ਬਣਾ ਦਿੱਤਾ ਗਿਆ ਆ, ਆਗੂ ਬਣਾ ਦਿੱਤਾ ਗਿਆ ਆ ਔਰ ਇਹ ਕਿਹਾ ਗਿਆ ਹੈ ਕਿ ਇਸ ਤੇ ਆਪਣਾ ਫੈਸਲਾ ਜਿਹੜਾ ਹੈ ਉਹ ਨਿੱਕੀ ਜੀ ਸੁਣਾਉਣਗੇ ਕਿ ਜਿਹੜੀ ਹੈ ਉਹਨਾਂ ਦੇ ਪੇਰੈਂਟਸ ਦੀ ਬਸਤਾਵਾਦੀ ਨੀਤੀ ਹੈ ਉਹਦੇ ਖਿਲਾਫ ਅਸੀਂ ਕੀ ਕਰ ਸਕਦੇ ਹਾਂ। ਬੱਚੇ ਤਾੜੀਆਂ ਮਾਰਦੇ ਹਨ। ਨਿੱਕੀ ਘਬਰਾਈ ਹੋਈ। ਨਿੱਕੀ, ਇਸ ਲਈ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਮੰਮੀ ਪਾਪਾ ਕੋਲੋਂ ਇੱਕ ਡਿਮਾਂਡ ਕਰ ਸਕਦੇ। ਡਿਮਾਂਡ ਮਤਲਬ ਮੰਗ, ਕਿ ਉਹ ਸਾਨੂੰ ਖੇਡਣ ਲਈ ਪੂਰਾ ਟਾਈਮ ਦੇਣ। ਕਿ ਬੱਚਿਆਂ ਨੂੰ ਜਿਹੜੀ ਹੈ ਕੀ ਚਾਹੀਦੀ ਹੈ? ਖੇਡਣ ਦੇ ਲਈ ਸਮਾਂ ਚਾਹੀਦਾ ਆ। ਜਿਹੜੀ ਡਿਮਾਂਡ ਕਰ ਸਕਦੇ ਹਾਂ। ਉਹੀ ਹੱਕ ਮੰਗਿਆ ਨਹੀਂ ਮਿਲਦੇ, ਹੱਕਾਂ ਲਈ ਸਟਰਗਲ ਕਰਨਾ ਪੈਂਦਾ। ਸੋ ਇਹ 'ਚ ਦੱਸਿਆ ਗਿਆ ਹੈ ਕਿ ਅੱਜ ਕੱਲ੍ਹ ਜਿਹੜਾ ਹੈ ਹੱਕ ਬੈਠੇ ਬਿਠਾਏ ਨਹੀਂ ਮਿਲਦੇ, ਸਾਨੂੰ ਆਪਣੇ ਹੱਕ ਲੈਣ ਦੇ ਲਈ ਲੜਨਾ ਪੈਂਦਾ ਆ, ਸਟਰਗਲ ਕਰਨਾ ਪੈਂਦਾ, ਲੜਨਾ ਪੈਂਦਾ ਹੈ, ਹੜਤਾਲਾਂ ਕਰਨੀਆਂ ਪੈਂਦੀਆਂ ਹੈ, ਨਾਅਰੇ ਲਗਾਉਣੇ ਪੈਂਦੇ ਆ। ਡਿਮਾਂਡ ਕੀਤਿਆਂ ਕੁਝ ਨਹੀਂ ਬਣਨਾ। ਇਸ ਲਈ ਬੋਲੋ ਮੇਰੇ ਨਾਲ, ਇਕੱਲਾ ਹੀ ਨਾਅਰੇ ਲਗਾਉਂਦਾ ਹੈ, ਮਨੋਰੰਜਨ ਸਾਡਾ ਹੱਕ ਹੈ, ਹੱਕ ਹੈ, ਹੱਕ ਹੈ। ਖੇਡਣ ਤੋਂ ਸਾਨੂੰ ਰੋਕੋ ਜੋ ਮੰਮੀ ਹੈ ਨਿਕੰਮੀ, ਓਏ ਯਾਰ ਬੋਲੋ ਖਾਂ। ਪਰ ਸਾਰੇ ਬੱਚੇ ਹੱਸਦੇ ਹਨ। ਸੋ ਜਿਹੜਾ ਹੈ ਉਹ ਕੀ ਕਹਿੰਦਾ ਆ ਕਿ ਉਹਨਾਂ ਦੀ ਡਿਮਾਂਡ ਕੀ ਹੈ, ਕਿ ਉਹਨਾਂ ਨੂੰ ਕੀ ਚਾਹੀਦਾ ਆ? ਮਨੋਰੰਜਨ, ਕਿਉਂਕਿ ਮਨੋਰੰਜਨ ਕਰਨਾ ਬੱਚਿਆਂ ਦੇ ਜੀਵਨ ਦਾ ਹੱਕ ਹੈ। ਉਹਨਾਂ ਨੂੰ ਖੇਡਣ ਤੋਂ ਰੋਕਣਾ ਨਹੀਂ। ਔਰ ਜਿਹੜੀ ਮੰਮੀ ਇੱਦਾਂ ਰੋਕੇਗੀ ਉਹ ਕਿਹੜੀ ਮੰਮੀ ਹੋਏਗੀ? ਨਿਕੰਮੀ ਮੰਮੀ ਹੋਏਗੀ। ਵਿੱਕੀ, ਦੇਖੋ ਬਈ ਇਸ ਤਰ੍ਹਾਂ ਹੱਸਣ ਨਾਲ ਆਪਣੀ ਗੱਲ ਨਹੀਂ ਬਣਨੀ। ਆਪਾਂ ਨੂੰ ਸੀਰੀਅਸ ਹੋ ਕੇ ਕੁਝ ਸੋਚਣਾ ਪੈਣਾ ਹੈ। ਆਪਾਂ ਭਾਵੇਂ ਇਕੱਠੇ ਹੋ ਕੇ ਵੀ ਕਹੀਏ ਖੇਡਣ ਲਈ ਆਪਾਂ ਨੂੰ ਵੱਧ ਟਾਈਮ ਕਿਸੇ ਨੇ ਨਹੀਂ ਦੇਣਾ ਤੇ ਆਪਾਂ ਆਪਣੇ ਮੰਮੀ ਪਾਪਾ ਨਾਲ ਲੜ ਵੀ ਨਹੀਂ ਸਕਦੇ। ਚੰਗੇ ਆ ਮਾੜੇ ਆ ਤਾਂ ਹੈ ਸਾਡੇ ਮੰਮੀ ਪਾਪਾ। ਸੋ ਵਿੱਕੀ ਕੀ ਕਹਿੰਦਾ ਆ ਕਿ ਜਿਹੜੇ ਪੇਰੈਂਟਸ ਆ ਉਹ ਉਹਨਾਂ ਤੋਂ ਵੱਡੇ ਆ ਔਰ ਜੇ ਕੁਛ ਉਹ ਕਹਿੰਦੇ ਵੀ ਆ ਨਾ ਤੇ ਉਹ ਬੱਚੇ ਜਿਹੜੇ ਆ ਉਹ ਆਪਣੇ ਮੰਮੀ ਪਾਪਾ ਦਾ ਵਿਰੋਧ ਨਹੀਂ ਕਰ ਸਕਦੇ, ਇਸ ਤਰ੍ਹਾਂ ਉਹਨਾਂ ਨਾਲ ਲੜ ਨਹੀਂ ਸਕਦੇ। ਇਸ ਕਰਕੇ ਪੜ੍ਹਨਾ ਤਾਂ ਉਹਨਾਂ ਨੂੰ ਪੈਣਾ ਹੀ ਆ। ਇੱਕ ਬੱਚਾ, ਫਿਰ ਅਸੀਂ ਕਰ ਕੀ ਸਕਦੇ ਹਾਂ? ਇੱਕ ਹੋਰ ਬੱਚਾ, ਕਿਉਂ ਨਾ ਆਪਾਂ ਇਕੱਠੇ ਹੋ ਕੇ ਆਪਣੇ ਟੀਚਰਾਂ ਨੂੰ ਆਖੀਏ ਕਿ ਉਹ ਸਾਨੂੰ ਥੋੜ੍ਹਾ ਹੋਮਵਰਕ ਦਿਆ ਕਰਨ ਤਾਂ ਕਿ ਸਾਨੂੰ ਖੇਡਣ ਲਈ ਵੀ ਟਾਈਮ ਮਿਲ ਸਕੇ। ਸੋ ਇੱਥੇ ਜਿਹੜਾ ਬੇਟਾ ਤੁਹਾਡੀ ਇਕਾਂਗੀ ਦੇ ਵਿੱਚ ਅਧਿਆਪਕ ਦਾ ਕੀ ਰੋਲ ਹੈ ਨਾ, ਉਹ ਸ਼ੁਰੂ ਹੋ ਜਾਣਾ ਆ ਕਿ ਅਸਲ ਮਾਇਨੇ ਦੇ ਵਿੱਚ ਜਿਹੜਾ ਬੱਚਿਆਂ ਦੇ ਉੱਪਰ ਇੰਨਾ ਪੜ੍ਹਾਈ ਦਾ ਬੋਝ ਪਾਇਆ ਜਾ ਰਿਹਾ ਹੈ ਉਹ ਇੰਨਾ ਬੋਝ ਹੈ ਕਿਉਂ ਹੈ? ਕਿਉਂਕਿ ਅੱਜ ਕੱਲ੍ਹ ਜਿਹੜੇ ਬੱਚੇ ਹੈ ਨਾ ਉਹ ਸਿਰਫ ਮਾਂ ਪਿਓ ਦੇ ਦਬਾਅ ਕਰਕੇ ਵੀ ਪੜ੍ਹਦੇ ਆ ਤੇ ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਹੈ ਉਹ ਸਕੂਲਾਂ ਨੇ ਪੂਰੀ ਕੀਤੀ ਹੋਈ ਹੈ। ਕਿਉਂਕਿ ਅੱਜ ਕੱਲ੍ਹ ਜਿਹੜੇ ਆ ਬੱਚਿਆਂ ਨੂੰ ਲੋੜ ਤੋਂ ਵੱਧ ਹੋਮਵਰਕ ਦਿੱਤਾ ਜਾਂਦਾ ਆ, ਜਿਸ ਕਰਕੇ ਬੱਚੇ ਜਿਹੜੇ ਆ ਉਹ ਪੜ੍ਹਾਈ ਦੇ ਬੋਝ ਥੱਲੇ ਲਗਾਤਾਰ ਦੱਬਦੇ ਜਾ ਰਹੇ ਆ। ਸੋ ਇੱਥੋਂ ਜਿਹੜਾ ਹੈ ਆਪਾਂ ਫਿਰ ਅੱਗੇ ਕੰਟੀਨਿਊ ਕਰਾਂਗੇ ਕਿ ਇਸ ਤੋਂ ਬਾਅਦ ਜਿਹੜਾ ਹੈ ਬੱਚੇ ਕੀ ਕਰਦੇ ਆ ਤੇ ਕੀ ਫੈਸਲਾ ਲੈਂਦੇ ਆ। ਅੱਜ ਜਿਹੜਾ ਹੈ ਅਸੀਂ 76 ਪੇਜ ਨੰਬਰ ਤੇ ਬੇਟਾ ਇਕਾਂਗੀ ਨੂੰ ਖਤਮ ਕਰਦੇ ਹਾਂ। ਠੀਕ ਹੈ, ਓਕੇ।